ਕਿਉ ਸਚਿਆਰਾ ਹੋਈਐ, ਕਿਉ ਸਚਿਆਰਾ ਹੋਈਐ, ਕਿਉ ਕੂੜੈ ਟੁੱਟੈ ਭਾਲ, ਹੁਕਮ ਰਜ਼ਾਈ ਚੱਲਣਾ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਮ, ਨਾਨਕ ਲਿਖਿਆ ਨਾਮ। ਪਿਆਰੀ ਸਾਧ ਸੰਗਤ ਜੀ, ਜਪਜੀ ਸਾਹਿਬ ਦੀ ਹੁਣ ਤੱਕ ਅਸੀਂ 18 ਪੌੜੀਆਂ ਤੱਕ ਵਿਚਾਰ ਸਾਂਝ ਕਰ ਚੁੱਕੇ ਹਾਂ। ਅਸੀਂ ਇਹ ਸਮਝਣ ਦਾ ਯਤਨ ਕੀਤਾ ਕਿ ਜਪਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਗੁਰੂ ਸਾਹਿਬ ਇੱਕ ਸਵਾਲ ਪੇਸ਼ ਕਰ ਰਹੇ ਨੇ, ਕਿਵੇਂ ਸਚਿਆਰਾ ਹੋਈ ਹੈ, ਬਈ ਸਚਿਆਰਾ ਕਿਵੇਂ ਬਣਿਆ ਜਾਏ। ਇਹਦਾ ਮਤਲਬ ਪਹਿਲਾਂ ਹੀ ਇਹ ਮੰਨਿਆ ਜਾ ਰਿਹਾ ਹੈ ਕਿ ਮੈਂ ਸਚਿਆਰਾ ਨਹੀਂ ਹਾਂ। ਹਾਈਟ ਆਫ ਹੰਬਲਨੈਸ, ਨਮਰਤਾ ਦੀ ਨਿਸ਼ਾਨੀ, ਔਰ ਓਵਰ ਕੌਨਫੀਡੈਂਸ ਤੋਂ ਬਿਲਕੁਲ ਨਿਰਲੇਪ। ਜਿਨ੍ਹਾਂ ਨੂੰ ਓਵਰ ਕੌਨਫੀਡੈਂਸ ਹੁੰਦਾ ਉਹ ਸੋਚਦੇ ਨੇ ਮੈਨੂੰ ਸਭ ਕੁਝ ਪਤਾ ਹੈ ਅਤੇ ਆਈ ਐਮ ਆਲਵੇਜ਼ ਕਰੈਕਟ, ਮੈਂ 100% ਰਾਈਟ ਹਾਂ, ਮੈਂ ਕਦੇ ਗਲਤ ਹੋਇਆ ਹੀ ਨਹੀਂ। ਓਵਰ ਕੌਨਫੀਡੈਂਸ ਪਲੱਸ ਆਲਵੇਜ਼ ਮਿਸਟਰ ਰਾਈਟ ਜਾਂ ਮਿਸਿਸ ਰਾਈਟ ਦਾ ਭੁਲੇਖਾ। ਜਦ ਕਿ ਗੁਰੂ ਪਾਤਸ਼ਾਹ ਕਹਿੰਦੇ ਨੇ ਬਾਣੀ ਅੰਦਰ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਸੋ ਹੁਣ ਸਾਨੂੰ ਪਹਿਲੀ ਪੌੜੀ ਵਿੱਚ ਇਹ ਜਾਚ ਸਿਖਾਈ ਜਾ ਰਹੀ ਹੈ ਕਿ ਮੈਂ ਇਹ ਮੋਡ ਵਿੱਚ ਆਪਣੇ ਆਪ ਨੂੰ ਲਿਜਾ ਸਕਾਂ, ਮਹਿਸੂਸ ਕਰਾਂ ਕਿ ਮੈਂ ਸਚਿਆਰਾ ਨਹੀਂ ਹਾਂ। ਅਸੀਂ ਅੱਜ ਕਿਸੇ ਨੂੰ ਕਹਿ ਨਹੀਂ ਸਕਦੇ ਤੁਸੀਂ ਝੂਠੇ ਹੋ, ਕਿਸੇ ਨੂੰ ਕਹਿ ਨਹੀਂ ਸਕਦੇ ਕਿ ਤੁਸੀਂ ਸਾਕਤ ਹੋ, ਕਿਸੇ ਨੂੰ ਕਹਿ ਨਹੀਂ ਸਕਦੇ ਕਿ ਤੁਸੀਂ ਮੰਦੇ ਖਿਆਲਾਂ ਵਾਲੇ, ਬੰਦੇ ਕਰੈਕਟਰ ਵਾਲੇ ਇਨਸਾਨ ਹੋ। ਵੀ ਕੈਨ ਨਾਟ ਲੇਬਲ, ਬਟ ਆਪਣੀ ਜਗ੍ਹਾ ਇਹ ਮਹਿਸੂਸ ਤੇ ਕਰ ਸਕਦੇ ਹਾਂ ਕਿ ਮੈਂ ਸਚਿਆਰਾ ਨਹੀਂ ਹਾਂ। ਈਗੋ ਗੋਜ਼ ਆਫ, ਈਗੋ ਖਤਮ। ਇਹਦਾ ਮਤਲਬ ਇੱਥੋਂ ਹੀ ਈਗੋ ਸ਼ੁਰੂ ਹੁੰਦੀ ਹੈ ਕਿ ਮੈਨੂੰ ਸਭ ਕੁਝ ਪਤਾ ਔਰ ਮੈਂ ਠੀਕ ਹੀ ਹਾਂ। ਜੋ ਇਨਸਾਨ ਆਪਣੇ ਆਪ ਨੂੰ ਠੀਕ ਸਮਝਦਾ ਔਰ ਓਵਰ ਕੌਨਫੀਡੈਂਟ ਸਮਝਦਾ, ਵਾਦ ਵਿਵਾਦ ਉਹੀ ਉਹ ਕਰਦਾ ਹੈ, ਬਹਿਸਾਂ ਵੀ ਉਹੀ ਇਨਸਾਨ ਕਰਦਾ ਹੈ, ਦੂਜਿਆਂ ਨੂੰ ਲੈਟ ਡਾਊਨ ਵੀ ਉਹੀ ਇਨਸਾਨ ਕਰਦਾ ਹੈ। ਸੋ ਪਹਿਲਾਂ ਇਹ ਮੋਡ ਵਿੱਚ ਪਾ ਰਹੇ ਨੇ ਕਿ ਮੈਂ ਸਚਿਆਰਾ ਬਣਨਾ ਚਾਹੁੰਦਾ ਹਾਂ। ਅਗੇਨ ਹਾਈਟ ਆਫ ਹੰਬਲਨੈਸ ਕਿ ਗੁਰੂ ਨਾਨਕ ਪਾਤਸ਼ਾਹ ਸਚਿਆਰੇ ਸਨ। ਈਵਨ ਦੈਨ ਫਸਟ ਪਰਸਨ ਦੀ ਲੈਂਗੁਏਜ ਵਿੱਚ ਬਾਣੀ ਨੂੰ ਉਚਾਰਦੇ ਨੇ ਤਾਂ ਕਿ ਜੋ ਇਨਸਾਨ ਇਸ ਨੂੰ ਪੜ੍ਹੇ ਉਹ ਮਹਿਸੂਸ ਕਰ ਸਕੇ, ਆਪਣੇ ਨਾਲ ਰਿਲੇਟ ਕਰ ਸਕੇ। ਮਨ ਮੇਰੇ ਸਤਿਗੁਰ ਕੈ ਭਾਣੇ ਚੱਲ, ਤਾਂ ਆਪਣੀ ਗੱਲ ਚੱਲ ਰਹੀ ਹੈ। ਮਾਈ ਮੈਂ ਧਨ ਪਾਇਓ ਹਰ ਨਾਮ, ਆਪਣੀ ਗੱਲ ਚੱਲ ਰਹੀ ਹੈ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਇਹਦਾ ਮਤਲਬ ਆਪਣੀ ਗੱਲ ਚੱਲ ਰਹੀ ਹੈ। ਕਿਸੇ ਨੂੰ ਕਹਿ ਨਹੀਂ ਸਕਦੇ ਕਿ ਫਲਾਣੇ ਨੇ ਸਤਿਗੁਰੂ ਪਾ ਲਿਆ। ਹਰ ਗੱਲ ਆਪਣੇ 'ਤੇ ਟੁਕਾ ਕੇ ਫਸਟ ਪਰਸਨ ਦੀ ਲੈਂਗੁਏਜ ਵਿੱਚ ਬਾਣੀ ਨੂੰ ਉਚਾਰਿਆ ਤਾਂ ਕਿ ਸਦੀਆਂ ਤੱਕ, ਜਦੋਂ ਤੱਕ ਇਹ ਸ੍ਰਿਸ਼ਟੀ ਰਹੇਗੀ, ਇਨਸਾਨ ਇਸ ਨੂੰ ਪੜ੍ਹੇਗਾ ਅਤੇ ਆਪਣੇ ਨਾਲ ਰਿਲੇਟ ਕਰ ਪਾਏਗਾ ਔਰ ਆਪਣਾ ਜੀਵਨ ਉੱਚਿਆਂ ਕਰਨ ਵਾਸਤੇ ਇਸ ਤੋਂ ਸੇਧ ਲੈ ਸਕੇਗਾ। ਇਸ ਖੂਬਸੂਰਤ ਢੰਗ ਦੇ ਨਾਲ ਗੁਰੂ ਪਾਤਸ਼ਾਹ ਨੇ ਇਨਸਾਨੀ ਸਾਈਕੀ ਨੂੰ ਚੁੱਕਣ ਦਾ ਯਤਨ ਕੀਤਾ, ਉਸ ਨੂੰ ਸੋਹਣੇ ਢੰਗ ਦੇ ਨਾਲ ਐਲੀਵੇਟ ਕਰਨ ਦਾ ਇੱਕ ਕੀਮਤੀ ਉਪਰਾਲਾ ਜੋ ਲੇਮੈਨ ਕਾਮਨ ਮੈਨ ਸਮਝ ਸਕੇ। ਕਹਿੰਦੇ ਨੇ ਕਿਉਂ ਸਚਿਆਰਾ ਹੋਈ ਹੈ, ਕਿਉਂ ਕੂੜਾ ਟੁੱਟੇ ਪਾਲ। ਇਹਦਾ ਮਤਲਬ ਸਚਿਆਰਾ ਹੋਣ ਵਾਸਤੇ ਵਿਚਕਾਰੋਂ ਕੂੜ ਦੀ ਪਾਲ, ਈਗੋ, ਭਾਬੀ ਦੀ ਕੇ ਪਾਤ ਪਾਰਦੋ ਵਾਂਗੂ, ਤਿਤਲੀ ਦੇ ਪਰ ਵਾਂਗੂ ਪਤਲਾ ਜਾ ਮੇਰਾ ਭਰਮ, ਮੇਰਾ ਭੁਲੇਖਾ, ਉਹ ਵਿੱਚੋਂ ਹਟਾਣਾ ਐਂਡ ਦੈਨ ਆਮ ਸਚਿਆਰ। ਕਿਉਂ ਕੂੜਾ ਟੁੱਟੇ ਪਾਲ, ਕਹਿੰਦੇ ਨੇ ਕੂੜ ਦੀ ਪਾਲ ਐਂ ਟੁੱਟ ਸਕਦੀ ਹੈ, ਹੁਕਮ ਰਜ਼ਾਈ ਚੱਲਣਾ, ਰਜ਼ਾ ਅਨੁਸਾਰ ਜੀਵਿਆ ਕਰ। ਅਸੀਂ ਪਹਿਲਾਂ ਜਦੋਂ ਜਪਜੀ ਸਾਹਿਬ ਪੜ੍ਹਿਆ ਨਹੀਂ ਸੀ ਨਾ, ਸਿਰਫ ਪਾਠ ਕੀਤਾ ਸੀ ਆਪਣੀ ਜ਼ਿੰਦਗੀ ਦੇ 30, 35, 40 ਸਾਲ, ਤਾਂ ਰਜ਼ਾ ਦਾ ਮੈਂ ਨਾ ਸਮਝਦੇ ਸੀ ਜਦੋਂ ਕੋਈ ਐਕਸੀਡੈਂਟ ਹੋ ਜਾਏ, ਕੋਈ ਬਿਮਾਰ ਹੋ ਜਾਏ, ਘਰ ਕੋਈ ਮਰ ਜਾਏ, ਕੋਈ ਕੈਲੇਮਿਟੀ ਹੋ ਜਾਏ, ਕੋਈ ਡਿਸਟਰਕਸ਼ਨ ਹੋ ਜਾਏ, ਕੋਈ ਨੁਕਸਾਨ ਹੋ ਜਾਏ, ਕੋਈ ਬਿਜ਼ਨਸ ਦਾ ਘਾਟਾ ਪੈ ਜਾਏ, ਇਹਨਾਂ ਸਾਰਿਆਂ ਨੂੰ
ਸਿਰ ਮੱਥੇ ਮੰਨ ਲੈਣਾ ਅਸੀਂ ਰਜ਼ਾ ਸਮਝਦੇ ਸੀ। ਜਪਜੀ ਸਾਹਿਬ ਦੀ ਪਹਿਲੀ ਪੌੜੀ ਚੱਲ ਰਹੀ ਹੈ ਔਰ ਉਹਦੇ 'ਚ ਉਹਨੇ ਕੋਈ ਵੀ ਐਕਸੀਡੈਂਟ, ਕੋਈ ਵੀ ਘਾਟੇ ਦੀ ਕੋਈ ਗੱਲ ਨਹੀਂ ਕੀਤੀ ਗਈ ਹੈ। ਕਹਿੰਦੇ ਨੇ ਤੂੰ ਸਚਿਆਰ ਬਣਨਾ ਚਾਹੁੰਦਾ ਹੈ, ਹੁਕਮ ਰਜ਼ਾਈ ਚੱਲਣਾ, ਚੱਲਿਆ ਕਰ। ਨਾਨਕ ਲਿਖਿਆ ਨਾਲ, ਉਹ ਹੁਕਮ ਕਿੱਥੇ ਲਿਖਿਆ? ਤੇਰੇ ਨਾਲ ਲਿਖਿਆ, ਤੇਰੇ ਅੰਦਰ। ਅੰਦਰ ਰੱਬ ਜੀ ਵਸਦੇ ਨੇ। ਰੱਬ ਜੀ ਦਾ ਹੁਕਮ ਅੰਦਰ ਲਿਖਿਆ ਹੋਇਆ, ਉਸ ਨੂੰ ਜੇ ਤੂੰ ਪੜ੍ਹਨਾ ਸਿੱਖ ਲਵੇਂ, ਲਿਖਿਆ ਹੋਇਆ, ਲਿਖੇ ਨੂੰ ਪੜ੍ਹਨ ਦੀ ਸਤਿਗੁਰ ਦੀ ਮੱਤ ਦੀ ਐਨਕ ਲੈ ਲਵੇਂ, ਉਹਨੂੰ ਕਹਿੰਦੇ ਨੇ ਹਰ ਜਨ ਦੇਖੋ ਸਤਿਗੁਰ ਨੈਣੀ। ਸਤਿਗੁਰ ਦੀਆਂ ਅੱਖਾਂ ਦੇ ਨਾਲ ਤੈਨੂੰ ਉਹ ਅੰਦਰ ਦਾ ਰੱਬ ਜੀ ਦਾ ਹੁਕਮ ਸਮਝ ਆ ਜਾਏਗਾ, ਤਾਂ ਤੈਨੂੰ ਸਮਝ ਆ ਜਾਏਗਾ ਕਿਸ ਤਰ੍ਹਾਂ ਜੀਣਾ ਚਾਹੀਦਾ ਹੈ, ਕਿਸ ਤਰ੍ਹਾਂ ਇਕੁਐਲਿਟੀ ਜੀਵੀਦਾ ਹੈ, ਕਿਵੇਂ ਵਿਦਆਊਟ ਜੈਂਡਰ ਡਿਸਕ੍ਰਿਮੀਨੇਸ਼ਨ ਜੀਵੀਦਾ ਹੈ, ਕਿਸ ਤਰ੍ਹਾਂ ਜ਼ਾਤ ਪਾਤ ਤੋਂ ਉੱਪਰ ਉੱਠ ਕੇ ਰਹੀਦਾ ਹੈ, ਕਿਸ ਤਰ੍ਹਾਂ ਸਾਰੇ ਇਨਸਾਨਾਂ ਨੂੰ ਕੁਦਰਤ ਕੇ ਸਭ ਬੰਦੇ ਮੰਨ ਕੇ ਜੀਵੀਦਾ ਹੈ, ਕਿਸ ਤਰ੍ਹਾਂ ਇਹਨਾਂ ਅੱਖਾਂ ਦੇ ਨਾਲ ਹਰ ਇਨਸਾਨ ਵਿੱਚ ਰੱਬ, ਖੁਦਾ, ਗੋਡ, ਵਾਹਿਗੁਰੂ ਨੂੰ ਦੇਖੀਦਾ ਹੈ। ਇਸ ਰਜ਼ਾ ਅਨੁਸਾਰ ਜੀਵਿਆ ਕਰ, ਸਚਿਆਰ ਹੋ ਜਾਈਦਾ ਹੈ। ਪਹਿਲੀ ਪੌੜੀ ਵਿੱਚ। ਦੂਜੀ ਗੱਲ, ਇਸੀ ਪਹਿਲੀ ਪੌੜੀ ਵਾਲੇ ਨੂੰ ਹੁਕਮ ਰਜ਼ਾਈ ਚੱਲਣਾ ਦੀ ਗੱਲ ਕੀਤੀ ਹੈ, ਅਤੇ ਦੂਜੀ ਪੌੜੀ ਵਿੱਚ ਉਸ ਨੂੰ ਹੁਕਮ ਸਮਝਾਇਆ। ਦੇਖ, ਇੱਕ ਹੁਕਮੀ ਰੱਬ ਜੀ ਨੇ, ਇੱਕ ਹੁਕਮੀ ਮੇਰੇ ਮਨ ਤੂੰ ਹੈ। ਸਾਡੀ ਸਭ ਦੀ ਬੋਡੀ ਨੂੰ ਸਾਡਾ ਮਨ ਹੁਕਮ ਕਰਦਾ ਹੈ। ਦੈਟਸ ਹਾਊ ਵੀ ਰਨ ਆਵਰ ਲਾਈਫ। ਮਨ ਹੁਕਮ ਕਰਦਾ ਹੈ, ਤਾਂ ਮੇਰੇ ਮਨ ਨੂੰ ਸਮਝਾਇਆ, ਦੇਖ ਦੋ ਹੁਕਮੀ ਨੇ, ਇੱਕ ਤੂੰ ਆਪ ਹੁਕਮੀ ਬਣਿਆ ਹੋਇਆ ਅਤੇ ਇੱਕ ਰੱਬ ਜੀ ਨੇ। ਜੇ ਤੂੰ ਰੱਬ ਜੀ ਦਾ ਹੁਕਮ ਮੰਨ ਕੇ ਰਜ਼ਾ ਅਨੁਸਾਰ ਨਹੀਂ ਜੀਂਦਾ ਤਾਂ ਇਹਨੂੰ ਕੂੜ ਕੀ ਪਾਲ ਹੀ ਕਹਿੰਦੇ ਨੇ, ਇਸੇ ਨੂੰ ਪਾਪ ਕਹਿੰਦੇ ਨੇ, ਇਸੇ ਨੂੰ ਰਜ਼ਾ ਤੋਂ ਉਲਟ ਜੀਣਾ ਕਹਿੰਦੇ ਨੇ। ਪਰ ਮੇਰੇ ਮਨ, ਜੇ ਤੂੰ ਇਸ ਬੋਡੀ ਨੂੰ ਚਲਾਉਂਦਾ ਹੈ ਤਾਂ ਤੈਨੂੰ ਅਕਲ ਨਹੀਂ ਹੈ। You are full of flaws. Your thoughts are awful. But ਸਤਿਗੁਰ ਦੀ ਮੱਤ is awesome. ਇਹ ਮੈਂ ਅੱਜ ਕੱਲ੍ਹ ਦੀ ਲੈਂਗੁਏਜ ਯੂਜ਼ ਕਰ ਰਿਹਾ, ਜਿਹੜੀ ਮੋਸਟਲੀ ਨੌਜਵਾਨ ਯੂਜ਼ ਕਰਦੇ ਨੇ। ਗੱਲ ਗੱਲ 'ਤੇ awesome ਕਹਿੰਦੇ ਨੇ ਨਾ, ਇਹ awesome, ਵਾਹ ਗੁਰੂ, ਇਹੀ ਹੈ। ਸਤਿਗੁਰ ਦੀ ਮੱਤ ਅਨੁਸਾਰ ਜੀ ਲਿਆ ਕਰਨਾ। ਸਤਿਗੁਰ ਦੀ ਐਨਕ ਲੈ ਲੈ, ਕੁੜਿਆਰ ਤੋਂ ਸਚਿਆਰ ਹੋ ਜਾਂਦੇ ਨੇ। ਪਰ ਉਸ ਵੇਲੇ ਤੈਨੂੰ ਸਤਿਗੁਰ ਦੇ ਹੁਕਮ ਅਨੁਸਾਰ ਇਸ ਬੋਡੀ ਨੂੰ ਹੁਕਮ ਦੇਣਾ ਆ ਜਾਏਗਾ। ਉਹਨੂੰ ਕਹਿੰਦੇ ਨੇ ਮਨ ਜੀਤੈ ਜਗ ਜੀਤ। ਜਗ ਡਜ਼ ਨਾਟ ਮੀਨ ਦਿਸ ਦੁਨੀਆ। ਜਗ ਮੀਨਸ ਤੇਰਾ ਥਾਟ ਪ੍ਰੋਸੈਸ। ਉਸ ਥਾਟ ਪ੍ਰੋਸੈਸ ਦੇ ਕਾਰਨ ਤੂੰ ਆਪਣੇ ਸਾਰੇ ਸਰੀਰ ਦੇ ਇੰਦਰੇ ਗਿਆਨਿੰਦਰੇ ਕਾਬੂ ਕਰ ਸਕੇਗਾ। ਯੋਗ ਮਤ ਵਿੱਚ ਇੰਦਰੀਆਂ ਨੂੰ ਕਾਬੂ ਕੀਤਾ ਜਾਂਦਾ ਸੀ, ਜਤ ਸਤ ਰੱਖਿਆ ਜਾਂਦਾ ਸੀ, ਹੱਠ ਯੋਗ ਕੀਤੇ ਜਾਂਦੇ ਸੀ। ਗੁਰੂ ਪਾਤਸ਼ਾਹ ਕਹਿੰਦੇ ਆਪਣੇ ਮਨ ਨੂੰ ਕਾਬੂ ਕਰਨਾ ਸਿੱਖ ਲੈ, ਸਾਰਾ ਕੁਝ ਬੈਲੈਂਸ ਹੋ ਜਾਏਗਾ। ਮਨ ਸਮਝਾਵਨ ਕਾਰਨ ਹੈ ਕਛੁਕ ਪੜੀਐ ਗਿਆਨ। ਮਨ ਨੂੰ ਕਾਬੂ ਕਰ। ਪ੍ਰਸਿੱਧ ਜੋਗੀ ਬਾਰੇ ਗੁਰੂ ਪਾਤਸ਼ਾਹ ਕਹਿੰਦੇ ਨੇ, ਸਨਕਾਦਿਕ ਨਾਰਿਦ ਮੁਨ ਸੇਖਾ, ਸਨਕਾਦਿਕ ਨਾਰਿਦ ਮੁਨ ਸੇਖਾ, ਤਿਨ ਵੀ ਤਨ ਮੈਂ ਮਨ ਨਹੀਂ ਪੇਖਾ। ਮਨ ਦੇ ਬਾਰੇ ਉਹਨਾਂ ਨੂੰ ਸਮਝ ਨਹੀਂ ਆਈ। ਸੋ ਗੁਰਮਤਿ ਦੀ ਸਾਰੀ ਫਿਲਾਸਫੀ ਖੜੀ ਹੈ ਮਨੁੱਖ ਦੇ ਮਨ ਨੂੰ ਫਿਕਸਅਪ ਕਰਨ ਦੀ। ਅੱਜ ਮਨ ਨੂੰ ਸਮਝਾਇਆ ਜਾ ਰਿਹਾ ਜਪਜੀ ਦੇ ਰਾਹੀਂ। ਉਸ ਦੇ ਹੁਕਮੀ ਨੂੰ ਲੈ ਕੇ ਗੁਰੂ ਪਾਤਸ਼ਾਹ ਅੱਗੇ ਚੱਲਦੇ ਨੇ। ਇਸ ਕਰਕੇ ਅਸੀਂ ਜਪਜੀ ਨੂੰ ਜ਼ੀਰੋ ਤੋਂ ABC ਪੜ੍ਹਨੀ ਸ਼ੁਰੂ ਕੀਤੀ ਕਿ ਗੁਰੂ ਪਾਤਸ਼ਾਹ ਜਿਸ ਮਨ ਨੂੰ ਕੁੜਿਆਰ ਤੋਂ ਸਚਿਆਰ ਬਣਾ ਰਹੇ ਨੇ, ਇਸੇ ਮਨ ਦੀ ਪਹਿਲੀ ਪੌੜੀ ਤੋਂ ਦੂਜੀ ਪੌੜੀ, ਫਿਰ ਇਸੇ ਮਨ ਨੂੰ ਕੁੜਿਆਰ ਤੋਂ ਸਚਿਆਰ ਬਣਾਉਣ ਦੀ ਜਾਂਚ ਤੀਜੀ ਪੌੜੀ ਵਿੱਚ, ਫਿਰ ਇਸੇ ਮਨ ਨੂੰ ਤੀਜੀ, ਚੌਥੀ, ਪੰਜਵੀਂ ਤੋਂ ਲੈ ਕੇ 38 ਪੌੜੀ ਤੱਕ ਲਿਜਾਂਦੇ ਨੇ। ਇਸ ਨੂੰ ਕੁੜਿਆਰ ਤੋਂ ਸਚਿਆਰ ਬਣਾਉਣ ਦੀ ਯਾਤਰਾ ਕਰਾਉਂਦੇ ਨੇ। ਇਹ ਜਿਉਂ ਹੀ ਕੁੜਿਆਰ ਤੋਂ ਸਚਿਆਰ ਬਣ ਜਾਂਦਾ, ਇਹ ਅੰਦਰ ਜਾਣ ਜੋਗਾ ਹੋ ਜਾਂਦਾ, ਅੰਦਰ ਦੇ ਰੱਬ ਜੀ ਨੂੰ ਦੇਖਣ ਜੋਗਾ ਹੋ ਜਾਂਦਾ। ਉਹਨੂੰ ਕਹਿੰਦੇ ਨੇ सचखंड वसे निरंकार। ओ गॉड जी आप यहाँ रहते हैं, अंदर रहते हैं, मैं तो बाहर ढूंढ रहा था। जो ब्रह्मंडे सोई पिंडे, जो खोजे सो पावे। अच्छा, मेरी सारी कूड़ हटाई, मेरा भाबीरी के पात पार दो हटाया, तो मनु बिन पेखे दुरायो लगदा सी, हुण मैनू नेड़े ही दिखा दिता, तुसी मेरे अंदर ही विखा दिता। साध संगत जी, असी ये इस पक्षों जदों समझण दा यतन कीता ਤਾਂ ਇੰਜ ਲੱਗ ਰਿਹਾ ਹੈ ਉਸੇ ਮਨ ਨੂੰ 38 ਪੌੜੀਆਂ ਵਿੱਚ ਯਾਤਰਾ ਕਰਾਈ ਹੈ। ਤਾਂ ਇਹਦਾ ਮਤਲਬ ਇਹ ਜਪਜੀ ਸਾਹਿਬ ਦੀਆਂ ਕੁਝ ਪੌੜੀਆਂ ਮੁੰਦਾ ਸੰਤੋਖ ਵਾਲੀਆਂ ਕੋਈ ਖਾਸ ਸਿਰਫ ਸਿੱਧਾ ਜੋਗੀਆਂ ਕੋਲ ਬੈਠ ਕੇ ਨਹੀਂ ਉਚਾਰੀਆਂ ਨੇ, ਅਤੇ ਪਾਤਾਲਾ ਪਾਤਾਲ ਵਾਲੀਆਂ ਕਿਸੇ ਹੋਰ ਜਗ੍ਹਾ ਬੈਠ ਕੇ ਉਚਾਰੀਆਂ, ਇਸ ਤਰ੍ਹਾਂ ਨਹੀਂ ਲੱਗਦਾ।
ਲੱਗਦਾ ਹੈ ਕਿ ਸਾਰਾ ਜਪਜੀ ਇੱਕ ਯੂਨੀਕ ਲੜੀ ਵਿੱਚ ਪਰੋਤਾ ਹੋਇਆ ਹੈ। ਉਸ ਮਨ ਨੂੰ ਸਮਝਾਇਆ, ਜੇ ਗੁਰੂ ਦੀ ਇੱਕ ਗੱਲ ਸੁਣ ਲਵੇ ਨਾ, ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਸਾਧ ਸੰਗਤ ਜੀ ਇਹ ਸੁਣੀ ਨੂੰ ਬਹੁਤ ਧਿਆਨ ਰੱਖਣਾ ਪਏਗਾ ਕਿ ਇਸ ਜੇ ਤੂੰ ਸੁਣ ਲਵੇਂ, ਤੈਨੂੰ ਰਤਨ ਜਵਾਹਰ ਮਾਣਿਕ ਵਰਗੀ ਵੈਲਿਊਏਬਲ ਦਾ ਨਾਂ ਰੱਖਾਂਗੇ, ਇਨਵੈਲਿਊਏਬਲ, ਜਿਨ੍ਹਾਂ ਦੀ ਕੀਮਤ ਨਾ ਪਾ ਸਕੀਏ, ਜਿਨ੍ਹਾਂ ਨੂੰ ਅਮੁੱਲ ਗੁਣ ਅਮੁੱਲ ਵਪਾਰ ਦੀ ਮੱਤ ਕਹਿੰਦੇ ਨੇ, ਜਿਹਦੀ ਕੀਮਤ ਦਿੱਤੀ ਨਹੀਂ ਜਾ ਸਕਦੀ, ਉਹ ਤੈਨੂੰ ਰਤਨ ਜਵਾਹਰ ਮਾਣਿਕ ਵਰਗੀ ਮੱਤ ਪ੍ਰਾਪਤ ਹੋ ਸਕਦੀ ਹੈ। ਇਸ ਕਰਕੇ ਇਸੇ ਮਨ ਨੂੰ ਕਹਿੰਦੇ ਨੇ 4 ਪੌੜੀਆਂ ਵਿੱਚ, ਜੇ ਤੂੰ ਸੁਣ ਲਵੇਂ ਤਾਂ, ਸੁਣਨ ਤੋਂ ਬਾਅਦ ਦੇਖ ਸੁਣਿਆ ਦੀਆਂ 4 ਪੌੜੀਆਂ, ਇਸੇ ਮਨ ਨੂੰ ਫਿਰ ਮੰਨੇ ਦੀਆਂ 4 ਪੌੜੀਆਂ। ਦੇਖ ਜੇ ਮੰਨ ਲਈਦਾ ਨਾ ਤਾਂ ਉਹਦੀ ਜੋ ਗਤ ਹੁੰਦੀ ਹੈ ਨਾ, ਤਾਂ ਅਸੀਂ ਇਹ ਵੀ ਪੜ੍ਹ ਕੇ ਹੈਰਾਨ ਹੋ ਰਹੇ ਸੀ, ਜੇ ਕੋ ਕਹਿ ਪਿੱਛੇ ਪਛਤਾਏ, ਪਛਤਾਉਣਾ ਨਹੀਂ ਹੁੰਦਾ, ਪਛਤਾਉਣਾ ਰਿਗਰੈਟ ਹੁੰਦਾ ਹੈ। ਜਦੋਂ ਰੱਬ ਦੀ ਗੱਲ ਕਰੀਏ ਤਾਂ ਰਿਗਰੈਟ ਨਹੀਂ ਕਰਨਾ ਪੈਂਦਾ। ਗੁਰਮਤ ਦਾ ਇੱਕ ਕੀਮਤੀ ਫੰਡਾਮੈਂਟਲ ਹੈ, ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਤੁਸੀਂ ਜੇ ਰੱਬ ਜੀ ਨੂੰ ਨਾ ਮੰਨੋ ਨਾ, ਤਾਂ ਵੀ ਰੱਬ ਜੀ ਨਾਰਾਜ਼ ਨਹੀਂ ਹੁੰਦੇ ਨੇ, ਰੱਬ ਜੀ ਉਦਾਸ ਨਹੀਂ ਹੁੰਦੇ ਨੇ, ਰੱਬ ਜੀ ਬਦਲਾ ਨਹੀਂ ਲੈਂਦੇ, ਰੱਬ ਜੀ ਪਨਿਸ਼ ਨਹੀਂ ਕਰਦੇ ਨੇ, ਰੱਬ ਜੀ ਤੁਹਾਨੂੰ ਜ਼ਬਰਦਸਤੀ ਪੁੱਠਾ ਟੰਗ ਕੇ ਤੁਹਾਡੇ ਘਰ ਦੇ ਕੰਮ ਵਿਗਾੜ ਕੇ, ਤੁਹਾਡੇ ਘਰ ਦੇ ਕਿਸੇ ਨੂੰ ਮਾਰ ਕੇ, ਤੁਹਾਡਾ ਬਿਜ਼ਨਸ ਡਾਊਨ ਕਰਕੇ ਤੁਹਾਡੇ ਨਾਲ ਡਿਸਟਰਕਸ਼ਨ ਨਹੀਂ ਕਰਦੇ ਨੇ, ਕਿਉਂਕਿ ਉਹ ਮਿੱਠ ਬੋਲੜਾ ਨੇ, ਮਿੱਠਾ ਬੋਲਦੇ ਨੇ। ਹੁਣ ਇਹ ਵਾਲਾ ਜਿਹੜਾ ਗੁਰਮਤ ਦਾ ਕੌਨਸੈਪਟ ਹੈ, ਇਸ ਕੌਨਸੈਪਟ ਮੁਤਾਬਕ ਰੱਬ ਜੀ ਨੂੰ ਮੰਨੋ ਤੇ ਭਾਵੇਂ ਨਾ ਮੰਨੋ, ਰੱਬ ਜੀ ਨੂੰ ਕੋਈ ਫਰਕ ਨਹੀਂ ਪੈਂਦਾ। ਰੱਬ ਜੀ ਜ਼ਬਰਦਸਤੀ ਕਿਸੇ ਨੂੰ ਨਹੀਂ ਮਨਾਉਣਾ ਚਾਹੁੰਦੇ ਨੇ, ਪਰ ਰੱਬ ਜੀ ਨੇ ਨਾ ਇਸ ਸ੍ਰਿਸ਼ਟੀ ਸਾਜ ਕੇ, ਇਸ ਸ੍ਰਿਸ਼ਟੀ 'ਚ ਨਾ ਇੱਕ ਹੁਕਮ ਲਾਗੂ ਕਰ ਦਿੱਤਾ, ਉਹਨੂੰ ਕਹਿੰਦੇ ਨੇ ਬਲਿਹਾਰੀ ਕੁਦਰਤ ਵਸਿਆ। ਅਸੀਂ ਉਸ ਦਾ ਨਾਂ ਰੱਖ ਰਹੇ ਦ ਲਾਜ਼ ਆਫ ਨੇਚਰ ਇਜ਼ ਦ ਵਿਲ ਆਫ ਗੋਡ। ਜਿਹੜੇ ਨੇਚਰ ਦੇ ਲਾਜ਼ ਨੇ ਨਾ, ਇਹ ਸਾਰਿਆਂ ਵਿੱਚੋਂ ਕੁਦਰਤ ਵਿੱਚ ਕੁਦਰਤ ਕਰਕੇ ਵਸਿਆ ਸੋਏ, ਇਹਦੇ ਵਿੱਚ ਰਹਿੰਦੇ ਨੇ। ਰੱਬ ਜੀ ਇਸ ਤੋਂ ਬਾਹਰ ਕਿਧਰੇ ਨਹੀਂ ਰਹਿੰਦੇ ਨੇ। ਪਹਿਲੀਆਂ ਫਿਲਾਸਫੀ ਸੀ ਬਿਫੋਰ ਗੁਰੂ ਨਾਨਕ, ਰੱਬ ਜੀ ਕਿਧਰੇ ਅਸਮਾਨ 'ਤੇ ਰਹਿੰਦੇ ਨੇ, ਕਿੱਥੇ ਉੱਪਰ ਬੈਕੁੰਠ ਵਿੱਚ ਰਹਿੰਦੇ ਨੇ, ਕਿੱਥੇ ਉੱਤੇ ਸਵਰਗ ਪੈਰਾਡਾਈਜ਼ ਵਿੱਚ ਰਹਿੰਦੇ ਨੇ। ਰੱਬ ਜੀ ਕਿੱਥੇ ਉੱਤੇ ਜੰਨਤ ਵਿੱਚ ਰਹਿੰਦੇ ਨੇ, ਕਿੱਥੇ 7ਵੇਂ ਅਸਮਾਨ 'ਤੇ ਰਹਿੰਦੇ ਨੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਇੱਥੇ ਰਹਿੰਦੇ ਨੇ, ਅੱਜ ਰਹਿੰਦੇ ਨੇ, ਅੱਜ ਹੀ ਮਿਲਾਪ ਹੋ ਸਕਦਾ ਹੈ। ਫਰੀਦ ਜੀ ਕਹਿੰਦੇ ਨੇ ਆਜ ਮਿਲਾਵਾ ਸ਼ੇਖ ਫਰੀਦ, ਟਾਕਮ ਕੁੰਜੜੀਆਂ ਮਨੋ ਮਚੰਦੜੀਆਂ, ਆਪਣੇ ਮਨ ਦੇ ਜਿਹੜੇ ਗਲਤ ਖਿਆਲ ਨੇ ਨਾ, ਇਹਨਾਂ ਨੂੰ ਸਾਈਡ 'ਤੇ ਕਰ। ਗਲਤ ਖਿਆਲਾਂ ਦੇ ਕਾਰਨ ਜਿਹੜੇ ਮੰਦੇ ਸੁਭਾਅ ਬਣਦੇ ਨੇ, ਇਹਨਾਂ ਨੂੰ ਅਵਗੁਣਾਂ ਨੂੰ ਛੱਡ, ਤਾਂ ਅੱਜ ਹੀ ਰੱਬ ਜੀ ਇੱਥੇ ਹਨ, ਰੱਬ ਜੀ ਹੀ ਹਨ। ਇਹਦਾ ਮਤਲਬ ਉਸ ਨੂੰ ਸਮਝਾਉਂਦੇ ਨੇ ਪਛਤਾਉਣਾ ਨਹੀਂ ਪੈਂਦਾ ਰੱਬ ਜੀ ਬਾਰੇ ਗੱਲ ਕਰੋ ਤਾਂ। ਜਦੋਂ ਸਤਿਗੁਰ ਦੀ ਮੱਤ ਉਹਨੂੰ ਸੁਣਾਈ ਦਿੰਦੀ ਹੈ, ਜਦੋਂ ਉਹਨੂੰ ਸੁਣਾਈ ਜਾਂਦੀ ਹੈ, ਜੇ ਕੋ ਕਹੇ ਪਿੱਛੇ ਪਛਤਾਏ ਦਾ ਮਤਲਬ ਪਛ ਦੇ ਛੱਛੇ ਨੂੰ ਔਂਕੜ ਹੈ। ਪਛ ਮਤਲਬ ਉਹ ਆਫਟਰਵਰਡਸ ਉਸ ਦੇ ਪਿੱਛੇ ਟੁਰ ਕੇ ਫੋਲੋ ਕਰਦਾ ਹੈ। ਤਾਏ ਮੀਨਸ ਤਪ ਕੇ ਮੀਨਸ ਬਰਨਿੰਗ ਡਿਜ਼ਾਇਰ ਦੇ ਨਾਲ। ਬਰਨਿੰਗ ਡਿਜ਼ਾਇਰ ਮੀਨਸ ਪੈਸ਼ਨੇਟ ਹੋ ਕੇ। ਤੈ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ, ਸੀਸ ਬੜੇ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀ ਜੈ। ਉਹ ਸੱਚ ਪਿੱਛੇ ਟੁਰ ਪੈਂਦਾ ਹੈ, ਉਹਦੀ ਗਤੀ ਕਹੀ ਨਹੀਂ ਜਾ ਸਕਦੀ, ਕੋਈ ਬਿਆਨ ਨਹੀਂ ਕਰ ਸਕਦਾ। ਹਾਊ ਵਨ ਗੋਟ ਰੀਡ ਆਫ ਦਾ flaws and deficiencies and how one is feeling pleased, ecstasy, oneness with God, ਕਿਸ ਤਰ੍ਹਾਂ ਮਹਿਸੂਸ ਕਰਦਾ ਹੈ। ਇਹ ਕਦੇ ਅਸੀਂ ਕਰਕੇ ਦੇਖੀਏ ਆਪਣੇ ਜੀਵਨ ਵਿੱਚ। ਕਿਸੇ ਨਾਲ ਨਫ਼ਰਤ ਕਰਦਿਆਂ ਨਫ਼ਰਤ ਨੂੰ ਸਾਈਡ 'ਤੇ ਕਰਕੇ ਉਸ ਨੂੰ ਗਲੇ ਲਗਾ ਕੇ ਦੇਖੀਏ, ਕਿਤਨਾ ਸਕੂਨ ਮਿਲਦਾ ਹੈ। ਸਾਡੇ ਨਾਲ ਭਾਵੇਂ ਕੋਈ ਨਫ਼ਰਤ ਕਰੇ, ਅਸੀਂ ਕਿਸੇ ਨਾਲ ਨਫ਼ਰਤ ਨਾ ਕਰੀਏ, ਕਿਤਨਾ ਸਕੂਨ ਮਿਲਦਾ ਹੈ। ਇਹੀ ਤੇ ਰੱਬ ਜੀ ਹੈ। ਦਿਸ ਇਜ਼ ਕਾਲਡ ਸਪਿਰਿਚੁਅਲਿਟੀ। ਵੈਰੀ ਸਿੰਪਲ। ਗੁਰੂ ਨਾਨਕ ਪਾਤਸ਼ਾਹ ਨੇ ਲੇਮੈਨ, ਕਾਮਨ ਮੈਨ ਨੂੰ ਧਾਰਮਿਕ ਦੁਨੀਆ ਦੀ ਰੱਬੀ ਇਕਮਿਕਤਾ ਦੀ ਜੀਵਨ ਜਾਚ ਸਿਖਾਈ। ਇਸ ਮਨ ਨੂੰ ਅੱਗੇ ਮੰਨੇ ਦੀਆਂ 4 ਪੌੜੀਆਂ ਕਰਕੇ, ਮੰਨੇ ਪਾਵੇਂ ਮੁਕਤ ਦੁਆਰ, ਇਹਨੂੰ ਮੁਕਤ ਦਾ ਦਰ, ਦਰਵਾਜ਼ਾ, ਰਸਤਾ ਸਮਝ ਆ ਜਾਂਦਾ ਹੈ। ਜਦੋਂ ਸਮਝ ਆ ਜਾਂਦਾ ਹੈ, ਇਹ ਨਾ ਜੰਮ ਦੇ ਮਾਰਗ 'ਤੇ ਨਹੀਂ ਚੱਲਦਾ। ਮੰਨੇ ਮਗ ਨਾ ਚੱਲੇ ਪੰਥ, ਜੰਮ ਦੇ ਪੰਥ 'ਤੇ ਨਹੀਂ ਚੱਲਦਾ।
ਮੰਨਾ ਜੰਮ ਕੇ ਸਾਥ ਨਾ ਜਾਏ, ਇਹ ਡੀਮਨਸ ਥਾਟ ਦੇ ਨਾਲ ਨਹੀਂ ਚੱਲਦਾ। ਡੀਮਨਸ ਥਾਟ ਡਜ਼ ਨਾਟ ਮੀਨ ਕਿ ਰੱਬ ਦੇ ਅਗੇਂਸਟ ਕੋਈ ਡੀਮਨਸ ਬੈਠੇ ਹੋਏ ਨੇ। ਜੰਮ, ਦਰਅਸਲ ਮੇਰੇ ਮਨ ਦੇ ਖਿਆਲਾਂ ਨੂੰ ਹੀ ਜੰਮ ਕਹਿੰਦੇ ਨੇ, ਡੀਮਨਸ ਥਾਟ ਕਹਿੰਦੇ ਨੇ। ਇਸ ਮਾਰਗ ਤੇ ਉਹ ਨਹੀਂ ਟੁਰਦਾ। ਪਰ ਅਸੀਂ ਛੇਤੀ ਨਾਲ ਕੀ ਕਰਦੇ ਹਾਂ, ਅਸੀਂ ਇੱਕਦਮ ਕਹਿੰਦੇ ਹਾਂ ਸ਼ਰਾਫਤ ਛੋੜ ਦੀ ਮੈਨੇ। ਪਰ ਜੋ ਇਨਸਾਨ ਸ਼ਰਾਫਤ ਪੱਲੇ ਹੈ, ਇਸ ਨੂੰ ਨਹੀਂ ਛੋੜਦਾ ਹੈ, ਸ਼ਰਾਫਤ ਨੂੰ ਇੰਜੋਏ ਕਰਦਾ, ਰੈਲਿਸ਼ ਕਰਦਾ ਹੈ, ਇਹੀ ਤੇ ਸਪਿਰਿਚੁਅਲਿਟੀ ਹੈ। ਅਸੀਂ ਛੇਤੀ ਨਾਲ ਦੂਜੇ ਲੋਕਾਂ ਦੇ ਬਿਹੇਵੀਅਰ ਦੇ ਕਾਰਨ ਆਪਣੀ ਛੇਤੀ ਨਾਲ ਸ਼ਰਾਫਤ, ਆਪਣੀ ਸੱਚਾਈ, ਆਪਣਾ ਰੱਬੀ ਗੁਣ ਛੱਡ ਦਿੰਦੇ ਹਾਂ। ਉਹ ਜੀ ਜੇ ਮਿੱਠਾ ਬੋਲਾਂਗੇ ਅਗਲਾ ਸਿਰ ਤੇ ਚੜ੍ਹ ਜਾਏਗਾ, ਉਹ ਟੇਕ ਇਟ ਗ੍ਰਾਂਟਿਡ ਕਰ ਲੇਗਾ। ਉਹ ਜੀ ਅਸੀਂ ਨਮਰਤਾ ਨਾਲ ਬੋਲਾਂਗੇ ਤਾਂ ਉਹ ਫਿਰ ਅੱਗੋਂ ਤੋਂ ਵੀ ਸਾਡੇ ਸਿਰ ਤੇ ਚੜ੍ਹ ਜਾਏਗਾ। ਇਸ ਤਰ੍ਹਾਂ ਕਰ ਕਰਕੇ ਨਾ ਅਸੀਂ ਟਿਟ ਫॉर ਟੈਟ ਕਰਕੇ ਆਪਣਾ ਸੁਭਾਅ ਵਿਗਾੜ ਲੈਂਦੇ ਹਾਂ। ਕੋਈ ਨਿੰਦਾ ਸਾਡੀ ਕਰਦਾ, ਅਸੀਂ ਉਹਦੀ ਨਿੰਦਾ ਕਰਨੀ ਸ਼ੁਰੂ ਕਰ ਦਿੰਦੇ ਹਾਂ, ਕਿਉਂਕਿ ਉਸਨੇ ਮੇਰੇ ਬਾਰੇ ਕਿਉਂ ਬੋਲਿਆ, ਉਹਦੀ ਭਲੀ ਉਹ ਨਿਬੇੜੇ। ਇਸ ਤਰ੍ਹਾਂ ਉਸ ਨੂੰ ਚੰਗੇ ਚੰਗੇ ਗੁਣਾਂ ਬਾਰੇ ਸੋਝੀ ਕਰਾਈ ਗਈ। ਪੰਜ ਪ੍ਰਵਾਨ ਤੋਂ 4 ਪੌੜੀਆਂ ਸ਼ੁਰੂ ਹੋਈਆਂ, 16, 17, 18, 19। ਇਹ 4 ਪੌੜੀਆਂ ਦੇ ਅਖੀਰ ਤੇ 3 ਪੰਕਤੀਆਂ ਸੇਮ ਨੇ। ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ 3 ਪੰਕਤੀਆਂ ਸੇਮ ਨੇ, ਲੇਕਿਨ 18ਵੀਂ ਪੌੜੀ ਦੇ ਵਿੱਚ ਇਹਨਾਂ 3 ਤੋਂ ਇਲਾਵਾ ਇੱਕ ਪੰਕਤੀ ਹੈ ਜਿਹੜੀ ਸੇਮ ਨਹੀਂ ਹੈ, ਤੇ ਬਾਕੀ ਚਾਰੋਂ ਪੰਕਤੀਆਂ ਫਿਰ ਸੇਮ ਮਿਲਦੀਆਂ ਨੇ। 18ਵੀਂ ਪੌੜੀ ਵਿੱਚ ਹੈ ਨਾਨਕ ਨੀਚ ਕਹਿ ਵਿਚਾਰ, ਬਾਕੀ ਸਾਰੀਆਂ ਵਿੱਚ ਇਹਦੇ ਬਦਲੇ ਆ ਕੁਦਰਤ ਕਵਣ ਕਹਾ ਵਿਚਾਰ। ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹਦਾ ਮਤਲਬ ਸਹੀ ਮੈਨੇ 'ਚ ਇਹਨਾਂ 4 ਪੌੜੀਆਂ ਵਿੱਚ ਆਖਰੀ 4 ਪੰਕਤੀਆਂ ਨੂੰ ਅਸੀਂ ਜੇ ਰਹਾਉ ਬਣਾ ਲਈਏ ਔਰ ਉਸ ਨੂੰ ਸਮਝਣ ਦਾ ਯਤਨ ਕਰੀਏ ਤਾਂ 4 ਸੇਮ ਨੇ। ਚਾਰੋਂ ਪੌੜੀਆਂ ਵਿੱਚ 4 ਪੰਕਤੀਆਂ 'ਚੋਂ ਕੇਵਲ 18ਵੀਂ ਪੌੜੀ ਵਿੱਚ ਨੀਚ ਕਰਮਾਂ ਦੀ ਲਿਸਟ ਸਮਝਾਈ ਗਈ ਹੈ। ਚੰਗੇ ਕਰਮ ਕਿਹੜੇ ਨੇ 5 ਪ੍ਰਵਾਨ ਤੋਂ 18ਵੀਂ 19ਵੀਂ ਪੌੜੀ ਤੱਕ, ਲੇਕਿਨ ਨੀਚ ਕਰਮ ਕਿਹੜੇ ਨੇ। ਕੱਲ ਅਸੀਂ ਨੀਚ ਕਰਮ ਡਿਸਕਸ ਕੀਤੇ ਸੀ। ਮੈਨੂੰ ਨੀਚ ਖਿਆਲ ਆਉਂਦੇ ਨੇ। ਕੋਈ ਦੁਨੀਆ 'ਚ ਦਮ ਭਰ ਕੇ ਨਹੀਂ ਕਹਿ ਸਕਦਾ ਕਿ ਮੈਨੂੰ ਨੀਚ ਮੰਦੇ ਨੀਵੇਂ ਖਿਆਲ ਦੇ ਫੁਰਨੇ ਨਹੀਂ ਫੁਰਦੇ ਨੇ। ਕੋਈ ਦਮ ਭਰ ਕੇ ਨਹੀਂ ਕਹਿ ਸਕਦਾ। ਸਤਿਗੁਰ ਦੀ ਮੱਤ ਲੈਣ ਤੋਂ ਪਹਿਲਾਂ ਮੰਦੇ ਫੁਰਨੇ ਫੁਰਦੇ ਹਨ, ਪਰ ਸਤਿਗੁਰ ਦੀ ਮੱਤ ਨੂੰ ਸੁਣਿਆ, ਮੰਨਿਆ, ਮਨ ਕੀਤਾ ਭਾਉ, ਬੜੇ ਭਾਵ ਦੇ ਨਾਲ, ਪਿਆਰ ਨਾਲ, ਰੈਲਿਸ਼ ਕਰਕੇ, ਵਿਸ਼ਵਾਸ, ਸ਼ਰਧਾ ਭਾਵਨਾ ਦੇ ਨਾਲ। ਦੁਨੀਆ ਅੰਧ ਵਿਸ਼ਵਾਸ ਉੱਤੇ ਸ਼ਰਧਾ ਭਾਵਨਾ ਰੱਖਦੀ ਹੈ, ਦੁਨੀਆ ਪਖੰਡ ਉੱਤੇ ਸ਼ਰਧਾ ਭਾਵਨਾ ਰੱਖਦੀ ਹੈ। ਕਿਸੇ ਇੱਕ ਜਗ੍ਹਾ ਅਗਰਬੱਤੀ ਬਾਲ ਕੇ 4 ਫੇਰੇ, 5 ਫੇਰੇ, 6 ਫੇਰੇ, 7 ਫੇਰੇ, 8 ਫੇਰੇ, 9 ਫੇਰੇ, 10 ਫੇਰੇ ਲਾਈ ਜਾਣਾ, ਪਰਿਕਰਮਾ ਕਰੀ ਜਾਣਾ, ਬਾਰਿਸ਼ ਤੂਫਾਨ ਵਿੱਚ ਜਾ ਕੇ ਦੀਵਾ ਬਾਲ ਆਣਾ। ਲੋਕੀ ਇਹਨੂੰ ਵਿਸ਼ਵਾਸ, ਸ਼ਰਧਾ ਭਾਵਨਾ ਕਹਿੰਦੇ ਨੇ। ਗੁਰੂ ਪਾਤਸ਼ਾਹ ਕਹਿੰਦੇ ਨੇ ਜਦੋਂ ਤੈਨੂੰ ਸੱਚ ਪਤਾ ਲੱਗੇ, ਸੁਣਿਆ, ਮੰਨਿਆ, ਸੱਚ ਨੂੰ ਮੰਨਿਆ, ਮਨ ਕੀਤਾ ਭਾਉ, ਇਹ ਅਸਲੀ ਸ਼ਰਧਾ ਭਾਵਨਾ ਹੈ ਕਿ ਜੇ ਮੈਂ ਸੱਚ ਲਵਾਂ ਤਾਂ ਮੇਰੀ ਕੂੜ ਦੀ ਪਾਲ ਠੀਕ ਹੋ ਸਕਦੀ ਹੈ। ਕੂੜ ਦੀ ਪਾਲ ਦੀ ਲਿਸਟ, ਉਹ ਲਿਸਟ ਤੋਂ ਪਤਾ ਲੱਗਦਾ ਹੈ ਕਿ ਅਸੀਂ ਕੱਲ੍ਹ ਇੱਕ ਪੰਕਤੀ ਸਾਂਝ ਕੀਤੀ ਸੀ, ਕਿਨ ਬਿਦ ਮਿਲੀ ਹੈ, ਕਿਨ ਬਿਦ ਵਿਛੜਾ, ਇਹ ਬਿਦ ਕੌਣ ਪ੍ਰਗਟਾਏ ਜੀਓ। ਮੇਰੇ ਇਸ ਮਨ ਨੂੰ ਕੌਣ ਸਮਝਾਏ ਕਿ ਕਿਹੜੇ ਗੁਣਾਂ ਦੇ ਨਾਲ ਰੱਬੀ ਇਕਮਿਕਤਾ ਪ੍ਰਾਪਤ ਹੁੰਦੀ ਹੈ ਔਰ ਕਿਹੜੇ ਗੁਣਾਂ ਦੇ ਕਾਰਨ ਦੂਰ ਹੋ ਜਾਂਦੇ ਆ। ਕਰਮੀ ਆਪੋ ਆਪਣੀ ਕੇ ਨੇੜੇ ਹੈ ਕਿ ਦੂਰ, ਉਹ ਦੂਰ ਕਿਹੜੇ ਕਰਮਾਂ ਨਾਲ ਹੋ ਜਾਂਦਾ ਵਾ। ਬਸ ਜਿਨ੍ਹਾਂ ਖਿਆਲਾਂ ਨਾਲ ਦੂਰ ਹੋ ਜਾਂਦਾ ਨਾ, ਇਹੀ ਤਾਂ ਕੂੜ ਹੈ। ਮੈਨੂੰ ਅਸੰਖ ਮੂਰਖਾਂ ਵਾਲੇ ਖਿਆਲ ਆਉਂਦੇ ਨੇ। ਪਹਿਲਾਂ ਅਸੀਂ ਸਮਝਦੇ ਸੀ ਦੁਨੀਆ ਵਿੱਚ ਅਸੰਖ ਲੋਕੀ ਹਨ ਜਿਹੜੇ ਮੂਰਖ ਨੇ, ਅੰਧਖੋਰ ਨੇ, ਹਰਾਮਖੋਰ ਨੇ, ਚੋਰੀ ਕਰਦੇ ਨੇ, ਜ਼ੋਰ ਕਰਦੇ ਨੇ, ਗਲ ਵੱਢ ਹੱਤਿਆ ਕਮਾਉਂਦੇ ਨੇ, ਪਾਪੀ ਪਾਪ ਕਰਦੇ ਨੇ, ਕੂੜੇ ਫਿਰਦੇ ਰਹਿੰਦੇ ਨੇ, ਅਸੰਖ ਮਲੀਚਮਲ ਪਾਖਾਂ ਹੈ। ਪਰ ਪਤਾ ਲੱਗਿਆ ਉਹ ਮਨ ਨੂੰ ਸਮਝ ਆ ਰਹੀ ਹੈ ਕਿ ਮੈਨੂੰ ਅਸੰਖ ਮੰਦੇ ਖਿਆਲ ਵੀ ਆਉਂਦੇ ਹਨ। ਸਤਿਗੁਰ ਦੀ ਮੱਤ ਲੈ ਕੇ ਮੰਦੇ ਖਿਆਲਾਂ ਨੂੰ ਪਹਿਲਾਂ ਜਾਚ ਸਿੱਖਦੇ ਹਾਂ ਸਪਰੈਸ ਕਰਨਾ। ਹੁਣੇ ਸੁਭਾਅ ਵਿੱਚ ਹਨ, ਫੁਰਨੇ ਮੰਦੇ ਫੁਰਦੇ ਹਨ।
ਫਿਰ ਆਸਤਾ ਆਸਤਾ ਸਪਰੈਸ ਕਰ ਕਰਕੇ ਆਦਤ ਬਣ ਜਾਂਦੀ ਹੈ ਕਿ ਮੰਦੇ ਖਿਆਲ ਘੱਟ ਆਉਂਦੇ ਨੇ ਅਤੇ ਅਸੀਂ ਕ੍ਰੀਏਟਿਵ ਕਰਤਾ ਪੁਰਖ ਵਾਲੇ ਕੰਮਾਂ ਵਿੱਚ ਆਪਣੇ ਆਪ ਨੂੰ ਜਦੋਂ ਇਨਵੋਲਵ ਕਰ ਲੈਂਦੇ ਹਾਂ ਤਾਂ ਫਿਰ ਚੰਗੇ ਖਿਆਲਾਂ ਦੀ ਸੋਚ ਜ਼ਿਆਦਾ ਫੁਰਦੀ ਹੈ। ਮੰਦੇ ਫੁਰਨੇ ਪੌਪ ਅਪ ਹੋ ਕੇ ਘੱਟ ਆਉਂਦੇ ਨੇ। ਮੰਦੇ ਫੁਰਨੇ ਆਪਣਾ ਫਨ ਸੱਪ ਵਾਲਾ ਫਨੀਅਰ ਨਾਗ ਵਾਲਾ ਜ਼ਹਿਰ ਘੱਟ ਫੈਲਾਉਂਦੇ ਨੇ। ਜਿਉਂ ਅਸੀਂ ਚੰਗੇ ਕੰਮਾਂ ਵੱਲ ਅਗਰਸਰ ਹੁੰਦੇ ਜਾਂਦੇ ਹਾਂ, 24 ਘੰਟੇ ਆਪਣੇ ਆਪ ਨੂੰ ਇਸ ਪਾਸੇ ਪਾਉਂਦੇ ਜਾਂਦੇ ਹਾਂ, ਤਾਂ ਕੀ ਹੁੰਦਾ ਹੈ? ਮੰਦੇ ਫੁਰਨੇ ਘਟਦੇ ਜਾਂਦੇ ਨੇ। ਆਸਤਾ ਆਸਤਾ ਮੰਦੇ ਫੁਰਨੇ ਬਿਲਕੁਲ ਆਉਣੇ ਬੰਦ ਹੋ ਜਾਂਦੇ ਹਨ। ਅਸੀਂ ਕੇਵਲ ਚੰਗੇ ਖਿਆਲਾਂ ਨਾਲ, ਕਰਤਾ ਪੁਰਖ ਵਾਲੇ ਖਿਆਲਾਂ ਦੇ ਨਾਲ ਜੀਣ ਲੱਗ ਪੈਂਦੇ ਹਾਂ। ਸਾਨੂੰ ਸ਼ਾਇਦ ਨਿਤਨੇਮ ਇਸ ਕਰਕੇ ਸਿਖਾਇਆ ਸੀ ਕਿ ਤੂੰ ਨਿਤਨੇਮ ਕਰਕੇ ਨਾ ਆਪਣੇ 24 ਆਵਰਸ ਵਿੱਚ ਇਸ ਨੂੰ ਐਕਸਪੈਂਡ ਕਰ। ਪਰ ਮੈਨੂੰ ਵੀ ਯਾਦ ਹੈ, ਪਹਿਲਾਂ ਮੈਂ ਬਚਪਨ ਵਿੱਚ 1.5 ਘੰਟੇ ਦਾ ਨਿਤਨੇਮ ਕਰਦਾ ਸੀ। ਆਸਤਾ ਆਸਤਾ ਯਾਦ ਹੋ ਗਿਆ। ਯਾਦ ਹੋਣ ਤੋਂ ਬਾਅਦ ਅਸੀਂ 1.5 ਘੰਟੇ ਤੋਂ 1.25 ਘੰਟੇ 'ਤੇ ਆ ਗਏ। ਕਰਦੇ 40 ਮਿੰਟਾਂ 'ਚ ਨਿਤਨੇਮ ਹੋ ਜਾਂਦਾ ਸੀ। ਬਸ ਕੀ ਰੱਬ ਜੀ ਦਾ ਉਲਾਂਭਾ ਲਾ ਦਿੱਤਾ ਵੀ ਕਰ ਲਿਆ ਨਿਤਨੇਮ, ਬਾਕੀ ਹੁਣ ਜੋ ਮਰਜ਼ੀ ਕਰੋ। ਸਾਨੂੰ ਸਿਖਾਇਆ ਗਿਆ ਤੂੰ 24 ਘੰਟੇ ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਹਰ ਵੇਲੇ ਪੜ੍ਹਨਾ, ਹਰ ਵੇਲੇ ਜੁੜਨਾ, ਇਸ ਨੂੰ ਐਕਸਪੈਂਡ ਕਰ। ਅਸੀਂ ਸਕਵੀਜ਼ ਕਰ ਦਿੱਤਾ। टाइम कम है, देखो आजकल का ज़माना है, क्या करें, लाइफ बड़ी फास्ट है, टाइम नहीं मिलता। इंज ही होता है ना। पता लगा असंख मंदे हरामखोर वाले ख्याल मैनू आते ने। ਜਦੋਂ ਮੈਨੂੰ ਜੇ ਰਾਤ ਲੱਗੇ ਕੱਪੜੇ ਜਾਮਾ ਹੋਏ ਪਲੀਤ ਵਾਲੇ ਖਿਆਲ ਆਉਂਦੇ ਨੇ ਨਾ, ਮੈਂ ਲੋਕਾਂ ਦਾ ਖੂਨ ਚੂਸ ਜਾਂਦਾ। ਇਹਨੂੰ ਅਸੰਖ ਗਲਵਟ ਹੱਤਿਆ ਕਮਾਏ ਕਹਿੰਦੇ ਨੇ। ਇਸ ਤਰੀਕੇ ਦੇ ਨਾਲ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਅਸੰਖ ਮਲੇਛ ਮਲ ਭੱਖ ਖਾਏ, ਮਲ ਵਾਲੀ ਇੱਛਾ, ਮਲ ਵਾਲੇ ਖਿਆਲ ਖਾਣੇ। ਪਰ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਇੱਕ ਫਿਰਕਾ ਕਹਿੰਦਾ ਸੀ ਉਹ ਦੂਸਰੇ ਲੋਕ ਕਾਫਿਰ ਹੈ, ਉਹ ਫਿਰਕਾ ਕਹਿੰਦਾ ਸੀ ਇਹ ਦੂਸਰੇ ਲੋਕ ਮਲੇਛ ਹੈ। ਉਹ ਲੋਕਾਂ ਦੇ ਗਰੁੱਪ ਨੂੰ ਕਹਿੰਦੇ ਸਨ ਇਹ ਮਲੇਛ ਨੇ, ਇਹ ਕਾਫਰ ਨੇ। ਦੋਨੋਂ ਕਹਿੰਦੇ ਸਨ ਅਸੀਂ ਸੱਚੇ ਹਾਂ, ਦੂਜਾ ਧੜਾ ਖਰਾਬ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ ਦੋਨੋਂ ਧੜਿਆਂ 'ਚੋਂ ਸਾਰੇ ਮਨੁੱਖ ਰੱਬ ਜੀ ਦੇ ਬੰਦੇ ਨੇ, ਪਰ ਮੰਦੇ ਖਿਆਲ ਵਾਲੇ ਜਿਹੜੇ ਅਵਗੁਣ ਤੈਨੂੰ ਆਉਂਦੇ ਨੇ ਔਰ ਉਹਨਾਂ ਦਾ ਸੁਭਾਅ ਬਣਦਾ ਨਾ ਅਸੰਖ ਮਲੇਛ ਮਲ ਭੱਖ ਖਾਏ। ਤੂੰ ਮੈਲ ਖਾਂਦਾ ਹੈ, ਮੰਦੇ ਖਿਆਲ ਖਾਂਦਾ ਹੈ, ਹਰਾਮਖੋਰੀ ਖਾਂਦਾ ਹੈ, ਤੂੰ ਪਰਾਇਆ ਹੱਕ ਖਾਂਦਾ ਹੈ। ਤੂੰ ਜਦੋਂ ਕਿਸੇ ਨੂੰ ਗੁੱਸੇ ਨਾਲ ਅੱਖਾਂ ਕੱਢ ਕੇ ਪੈਂਦਾ ਨਾ, ਤੂੰ ਦੂਜੇ ਦਾ ਖੂਨ ਸੁਕਾ ਦਿੰਦਾ, ਮਾਨੋ ਤੂਨੇ ਖੂਨ ਉਸਕਾ ਚੂਸ ਲਿਆ, ਤੂੰ ਉਹਦਾ ਖੂਨ ਪੀ ਗਿਆ। ਇਹਨੂੰ ਕਹਿੰਦੇ ਨੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ। ਮੁਰਦਾਰ ਤੇ ਤੂੰ ਖਾ ਗਿਆ। ਤੂੰ ਕਿਹਾ ਫਿਰਦਾ ਮੈਂ ਵੈਜੀਟੇਰੀਅਨ ਹਾਂ, ਪਰ ਤੂੰ ਤੇ ਮੁਰਦਾਰ ਖਾ ਗਿਆ। ਤੂੰ ਜੀਂਦੇ ਜੀ ਮਨੁੱਖ ਦਾ ਖੂਨ ਸੁਕਾ ਦਿੰਦਾ। ਤੂੰ ਲੋਕਾਂ ਨੂੰ ਵਿਆਜ ਦੇ ਨਾਂ 'ਤੇ ਖੂਨ ਉਹਦਾ ਚੂਸ ਜਾਂਦਾ। ਤੂੰ ਮਲਕ ਭਾਗੋ ਹੈ, ਤੂੰ ਭਾਈ ਲਾਲੋ ਨਹੀਂ। ਅਸੰਖ ਮਲੇਛ ਮਲ ਭਾਖਾ ਇਹਦੇ ਖਿਆਲ ਆਉਂਦੇ ਨੇ। ਅਸੰਖ ਨਿੰਦਕ ਸਿਰ ਕਰੇ ਭਾਰ, ਸੱਚ ਨੂੰ ਇਗਨੋਰ ਕੀਤਾ, ਸਿਰ ਤੇ ਭਾਰ ਚੁੱਕ ਲਿਆ, ਅਵਗੁਣਾ ਦੀ ਗੰਠੜੀ ਚੁੱਕ ਲਈ। ਨਾਨਕ ਨੀਚ ਕਹਿ ਵਿਚਾਰ। ਨਾਨਕ ਪਾਤਸ਼ਾਹ ਬੜੀ ਹੰਬਲਨੈਸ ਨਾਲ ਨੀਚ ਖਿਆਲਾਂ ਦੀ ਜੋ ਜੀਵਨੀ ਬਣਦੀ ਹੈ ਉਸ ਦੀ ਲਿਸਟ ਸਾਡੇ ਸਾਹਮਣੇ ਰੱਖ ਰਹੇ ਨੇ, ਉਹਦਾ ਵਿਵੇਚਨ ਕਰਕੇ ਡਿਟੇਲ ਸਾਡੇ ਸਾਹਮਣੇ ਰੱਖਦੇ ਨੇ। ਪਰ ਕਹਿੰਦੇ ਤੂੰ ਨਾ ਕਿਸੇ ਦੇ ਬਾਰੇ ਨਿੰਦਾ ਨਾ ਕਰਿਆ ਕਰ। ਕੌਣ ਹਰਾਮਖੋਰ ਹੈ, ਕੌਣ ਚੋਰ ਹੈ, ਕੌਣ ਬਦਮਾਸ਼ ਹੈ, ਕੌਣ ਲੁੱਟ ਕੇ ਖਾਂਦਾ ਹੈ, ਕਿਸੇ ਦੀ ਨਿੰਦਾ ਨਾ ਕਰਿਆ ਕਰ। ਤੂੰ ਸਤਿਗੁਰ ਤੋਂ ਬਲਿਹਾਰਣ ਜਾਇਆ ਕਰ ਕਿ ਸਤਿਗੁਰ ਨੀਚ, ਹਰਾਮਖੋਰ, ਨਿੰਦਕ, ਸਿਰ ਭਾਰ ਕਰਨ ਵਾਲੇ, ਪਾਪੀ, ਗਲਵਡ ਹੱਤਿਆ ਕਮਾਏ ਵਾਲੇ ਖਿਆਲਾਂ ਤੋਂ ਸਤਿਗੁਰ ਜੀ ਛੁਡਾ ਸਕਦੇ ਨੇ। ਉਹਨਾਂ ਤੋਂ ਤੂੰ ਵਾਰਨੇ ਜਾਇਆ ਕਰ, ਵਾਰਿਆ ਨਾ ਜਾਵਾਂ। ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ। ਮਨ ਨੂੰ ਕਹਿ ਰਹੇ ਨੇ ਤੂੰ ਜਿਹੜੀ ਕਾਰ ਕਮਾਣੀ ਹੈ ਨਾ, ਉਹ ਰੱਬ ਜੀ ਦੀ ਕਾਰ ਨੂੰ ਪਸੰਦ ਕਰ, ਰਜ਼ਾ ਨੂੰ ਪਸੰਦ ਕਰ, ਤੇਰੇ ਵਾਸਤੇ ਭਲੀ ਹੈ। ਤੂੰ ਸਦਾ ਸਲਾਮਤ ਨਿਰੰਕਾਰ। ਰੱਬ ਜੀ ਤੇ ਸਲਾਮਤ ਹੈ ਹੀ ਹਨ, ਉਹ ਅਟਲ ਨੇ, ਉਹ ਇਟਰਨਲ ਨੇ, ਅਜੂਨੀ ਨੇ, ਅਕਾਲ ਮੂਰਤ ਨੇ, ਇਮੋਰਟਲ ਨੇ। ਰੱਬ ਜੀ ਨੂੰ ਤੇ ਕੋਈ ਨਾ ਮਾਰ ਸਕਦਾ ਹੈ ਨਾ ਕੋਈ ਜਿਵਾਲ ਸਕਦਾ ਹੈ। ਰੱਬ ਜੀ ਤੇ ਆਲਵੇਜ਼ ਹਨ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਰੱਬ ਜੀ ਤੇ ਹੈ ਹੀ ਹਨ। ਤੂੰ ਸਲਾਮਤੀ ਚਾਹੁੰਦਾ ਹੈ ਤਾਂ ਤੂੰ ਵੀ ਨਿਰੰਕਾਰ ਦੇ ਨਾਲ ਅਭੇਦ ਹੋ ਕੇ ਤੂੰ ਵੀ ਸਲਾਮਤ ਹੋ ਸਕਦਾ ਹੈ, ਅਤੇ ਨਿਰੰਕਾਰ ਦੇ ਨਾਲ ਅਭੇਦ ਹੋ ਕੇ ਤੂੰ ਵੀ ਨਿਰੰਕਾਰ ਬਣ ਸਕਦਾ ਹੈ।
जैसे जल में कमल निरालम मुर्गाई निशान है, इस तरह तू निरंकार दे नाल अभेद हो सकता है। तू करता तू आ, मुझ में रहना हूँ, जब आपा पर का मिट गया जत देखा तत तू, तेरी मैं विचों खत्म हो जाए ना, तू रब जी नाल अभेद हो जाता। इनू ज्योति जोत ਲਈ संपूर्ण थी आराम कहते हैं। ਅੱਜ इस लड़ी विच साडा अगला 19ਵੀਂ पौड़ी का पाठ आओ रल के करते हैं। उस ਤੋਂ ਬਾਅਦ ਦੀ विचार ਸਾਂਝ ਕਰਾਂਗੇ। असंख नाव असंख थाव, असंख नाव असंख अगम अगम असंख लो, अगम अगम असंख लो, असंख कहें सिर पार होए, असंख कहें सिर पार होए, अखरी नाम अखरी सलाह, अखरी नाम अखरी सलाह, अखरी ज्ञान गीत गुण गा, अखरी ज्ञान गीत गुण गाहा, अखरी लिखण भोलण बाण, अखरी लिखण बोलण बाण, अखरां सिर संजोग वखाण, अखरा सिर संजोग बखान, जिन एह लिखे तिस सिर नाए, जिन एह लिखे तिस सिर नारे, जिम फुरमाए तिम तिम पाए, जिव फुरमाए तिव तिव पाए, जेता कीता तेता नाओ, चेता कीता केता नाम, बिन नामै नाही को थाओ, बिन नामै नाही को थाम, कुदरत कवण कहा विचार, कुदरत कवण कहा विचार, वार्या न जावा एक बार, वार्या न जावा एक बार, जो तुद पावै साई भलीकार, जोत पावै साई बलिकार, तू सदा सलामत निरंकार, तू सदा सलामत ਨਿਰੰਕਾਰ। ਅੱਜ ਇਸ ਅਸੰਖ ਨਾਮ ਅਸੰਖ ਥਾਮ ਦੀ ਪੌੜੀ ਵਿੱਚ, ਥਾਮ ਤੁਸੀਂ ਸਭ ਸਮਝਦੇ ਹੋ, ਜਗ੍ਹਾ। ਅਸੰਖ ਦਾ ਮਤਲਬ ਸਭ ਜਗ੍ਹਾ। ਅਸੰਖ ਨਾਮ ਰੱਬ ਜੀ ਦੇ ਬੇਅੰਤ ਨਾਮ ਮੀਨਸ ਨਿਯਮ ਹਨ। ਤੁਸੀਂ ਜਿਸ ਚੀਜ਼ ਨੂੰ ਹੱਥ ਲਾਓਗੇ ਨਾ, ਉਹਦਾ ਕੁਦਰਤ ਦਾ ਉਹਦੇ 'ਤੇ ਕੋਈ ਨਿਯਮ ਲਾਗੂ ਹੋ ਰਿਹਾ ਹੈ। ਜਿਤਨੇ ਮੈਟਲਸ ਨੇ, ਜਿਤਨੀਆਂ ਗੈਸਿਸ ਨੇ, ਜਿਤਨੀਆਂ ਵੀ ਤੁਸੀਂ ਕੋਈ ਵੀ ਚੀਜ਼ ਰੌਕਸ ਤੋਂ ਲੈ ਕੇ ਐਨੀਥਿੰਗ ਤੁਸੀਂ ਦੇਖਦੇ ਹੋ, ਹਰ ਕਿਸੇ ਦਾ ਆਪਣਾ ਆਪਣਾ ਇੱਕ ਨਿਯਮ ਹੈ, ਉਸ ਨੂੰ ਨਾਮ ਕਹਿੰਦੇ ਹਨ। ਰੱਬ ਜੀ ਦੀ ਹਰ ਇਸ ਸ੍ਰਿਸ਼ਟੀ 'ਤੇ ਹਰ ਚੀਜ਼ ਉੱਤੇ ਕੁਦਰਤ ਦਾ ਇੱਕ ਨਿਯਮ ਲਾਗੂ ਹੋ ਰਿਹਾ, ਔਰ ਉਹ ਅਸੰਖ ਹਨ, ਬੇਅੰਤ ਹਨ। ਅਸੰਖ ਨਾਮ ਅਸੰਖ ਥਾਮ। ਬੇਅੰਤ ਰੱਬ ਜੀ ਦੇ ਲਾਜ਼ ਆਫ ਨੇਚਰ ਨੇ ਅਤੇ ਸਭ ਜਗ੍ਹਾ ਹਨ। ਅਤੇ ਇਹ ਵਾਲੀ ਗੱਲ ਕੂੜਿਆਰ ਤੋਂ ਸਚਿਆਰ ਬਣਨ ਵਾਲੇ ਮਨ, ਜਿਸ ਦਾ ਨਾਂ ਅਸੀਂ ਰੱਖਿਆ ਸੀ ਵਿਰਲਾ ਮਨ, ਜੋ ਵਿਰਲਾ ਬਣਨਾ ਚਾਹੁੰਦਾ ਹੈ,
ਉਹ ਕੁੜਿਆਰ ਤੋਂ ਸਚਿਆਰ ਬਣਦਾ ਹੈ ਤੇ ਵਿਰਲਾ ਹੋ ਜਾਂਦਾ ਹੈ। ਇਸ ਕਰਕੇ ਇਹ ਗੱਲ ਵੀ ਜਦੋਂ ਮੰਨੇ ਕੀ ਗਤ ਕਹੀ ਨਾ ਜਾਏ ਵਾਲੀਆਂ ਪੌੜੀਆਂ ਅਸੀਂ ਪੜ੍ਹਦੇ ਸਾਂ, ਉਹ ਦਿਨਾਂ ਵਿੱਚ ਸਮਝਿਆ ਸੀ, ਜੇ ਕੋ ਮਨ ਜਾਣੈ, ਜਦੋਂ ਕਦੇ ਵੀ ਕੋਈ ਵੀ ਸੱਚ ਨੂੰ ਮੰਨ ਲੈਂਦਾ ਹੈ, ਮੀਨਸ ਉਸ ਨੂੰ ਪ੍ਰੈਕਟੀਕਲ ਜੀਣ ਲੱਗ ਪੈਂਦਾ ਹੈ। ਜੇ ਕੋ, ਉਚਾਰਨ ਕਰਾਂਗੇ, ਜੇ ਕੋ ਮਨ ਜਾਣੈ, ਵੰਸ ਐਕਸੈਪਟਿਡ, ਸੱਚ ਕਰਕੇ ਮਨ ਕਰਕੇ ਮੰਨ ਲਿਆ, ਜੇ ਕੋ ਮਨ ਜਾਣੈ, ਮਨ ਕੋਏ, ਉਹ ਮਨ ਕੋਏ ਬਣ ਜਾਂਦਾ। ਮਨ ਕੋਏ ਮੀਨਸ ਵਿਰਲਾ ਬਣ ਜਾਂਦਾ ਹੈ। ਇਹਦਾ ਮਤਲਬ ਦੁਨੀਆ ਤੇ ਧਰਤੀ ਤੇ ਹਰ ਇਨਸਾਨ ਵਿਰਲਾ ਬਣ ਸਕਦਾ ਹੈ। ਇਹ ਨਹੀਂ ਕਿ ਲੱਖਾਂ ਕਰੋੜਾਂ ਪਿੱਛੇ ਕੋਈ ਇੱਕ ਵਿਰਲਾ ਹੁੰਦਾ ਹੈ। ਗੁਰਮਤਿ ਦਾ ਕਨਸੈਪਟ ਹੈ, ਸਭਨਾ ਸੌਰੈ ਵੰਜਣਾ ਸਭ ਮੁਖ ਲਾਵਣ ਹਾਰ, ਹਰ ਕੋਈ ਵਿਰਲਾ ਬਣ ਸਕਦਾ ਹੈ। ਜੇ ਅਸੀਂ ਕਹੀਏ ਨਾ ਕੁਛ ਚੁਣੇ ਬੰਦੇ ਹੀ ਵਿਰਲੇ ਬਣਦੇ ਨੇ, ਫਿਰ ਉਹ ਉੱਥੋਂ ਚਲਦੀ ਹੈ ਸੰਤਾਗਿਰੀ, ਉੱਥੋਂ ਚਲਦੀ ਹੈ ਬ੍ਰਹਮ ਗਿਆਨੀ ਬ੍ਰਹਮਚਾਰੀ, ਉੱਥੋਂ ਚਲਦੀ ਹੈ ਦੇਹਧਾਰੀ ਗੁਰਤਾ। ਇਹ ਕੁछ ਖਾਸ ਲੋग हैं ਜੋ ਵਿਰਲੇ ਹੋ ਗਏ हैं। ਧਰਤੀ ਦਾ ਹਰ ਮਨੁੱਖ ਵਿਰਲਾ ਬਣ ਸਕਦਾ ਹੈ, ਪਰ ਚੁਆਇਸ ਤੇਰੀ ਹੈ। ਤੂੰ ਵਿਰਲਾ ਬਣਨਾ ਚਾਹੁੰਦਾ ਹੈ ਜਾਂ ਤੂੰ ਜਗਤ ਕੀ ਭੇਡਾ ਚਾਲ ਨਾਲ ਚੱਲਣਾ ਚਾਹੁੰਦਾ ਹੈ, ਜਾਂ ਤੂੰ दीन गवाया दुनी से दुनी ना चाली साथ वाला पाएक पहाड़वा मारिया गाफल अपने हाथ। ये सारी तेरी चॉइस है। यू वांट टू बी ए राइट पर्सन और यू वांट टू बी मेलाइन पर्सन, ये तेरे ते है। जो सचियार बनना चाहता वो विरला बन जाता है। उस विरले मन नूं भी ये गल समझ आ जाती है कि मेरे शरीर के अंदर अनेका रब जी के नियम वापर रहे हैं और मेरे रोम रोम विच मेरे हर अंग उत्ते रब जी के अनेका नाम, हर थां उत्ते मेरे अंदर बड़ियां थावां ने, बड़े थॉट प्रोसेस देही मैं खंड मंडल पता ला, मेरी इस देह के अंदर सब कुछ है। दे अंदर नौ खंड पृथ्वी सच्चा ढोआ इस मेरी देही के अंदर है, तीन भवन इस देही अंदर ही है, त्रिलोकी भी मेरी इस देही अंदर ही है। बाहरली कोई गल नहीं चल रही। बाहर तो तीन भवन नहीं होंदे ने, बाहर तो नौ खंड नहीं होंदे ने। इस जोग्राफिकली भी कोई पढ़िया होया प्रोफैसर भी नहीं दस सकता नौ खंड किहड़े होंदे ने। नौ खंड मेरे शरीर नूं सीधा जोगियां दी बोली विच कहंदे ने नौ द्वारे। सो सिंपल। पर गुरमत पर्टिकुलरली नौ द्वारिਆਂ ਨੂੰ ठीक करना नहीं सिखाती है। सतगुर की मत लैके मन नूं ठीक कर ले, 10वां गुप्त रखाया, जिसनूं प्रगट हो गया भाव, जिसनूं सच समझ आ गया, जिहदा मन टिकाणे लग गया, ਉਹਦਾ 10ਵਾਂ द्वार खुल गया। ਉਹ 10ਵਾਂ द्वार ਇੱਥੇ समझते सन सिद्ध जोगी। गुरु पातशाह कहते तेरा मन टिकाने लगे ना, मानो 10वें द्वार का पाठ खुल गए, दर्शन दीजिए खोल के किवाड़ खुल गए। फिर सारी ये नगरी है, इस सारी नगरी नूं ਇਹਦੇ ਵਿੱਚ ਅਨੇਕਾਂ ਛਿਦਰ ਨੇ, ਇਹਨੂੰ द्वारका नगरी ਕਹਿੰਦੇ ਨੇ। ਫਿਕਸਅਪ ਹੋ ਗਈ, ਨਗਰ ਵਸ ਗਿਆ ਜੇ ਮਨ ਨੂੰ ਫਿਕਸਅਪ ਕਰ ਲਿਆ। असंख नाम असंख थाव, इस मन नूं ये सारी गल समझ आ जाती है कि रब जी सब जगह ने, मेरे शरीर दे भी एक रोम ते उन्हां दा नियम चल रहा है। इसी करके असी ये शब्द जदों पढ़ते हैं ना, तू सबनी थाई जिथे हो जाई, तू सबनी थाई जिथे हो जाई, साचा सिरजन हार जियो, साचा सिरजन हार जियो, तू सबनी थाई। सबना का दाता कर्म बिताता दुख विसारण हार जियो, तुसी मैनू सुमत बख्श दियो। मेरे एक एक थॉट प्रोसैस नूं तुसी सुमत बख्शो तो मेरा सारा दुख चला जाता है। मेरे दुख का कारण इको मेरा मन है। हुण कहंदे हन ये गल कुदरती नियम मेरे उत्ते वापर रहे ने, इस गल नूं जिहड़ा इंसान समझ जाता है वो नेचर दे नाल रहना सीख जाता है, वो नैचुरल लाइफ जीना शुरू हो जाता है, वो आर्टिफिशियल मकैनिकल रोबोटिक लाइफ तो मुक्त हो जाता है। असी जितनी रोबोटिक लाइफ जींदे हाँ, जितनी मकैनिकल लाइफ जींदे हाँ, उतने असी बीमार होंदे हाँ। तुसी सारा दिन कुर्सी ते बैठे रहो,
ਤੁਸੀਂ ਸਾਰਾ ਦਿਨ ਸੋਫੇ ਤੇ ਬੈਠੇ ਰਹੋ, ਤੁਸੀਂ ਸਾਰਾ ਦਿਨ ਟੀਵੀ ਅੱਗੇ ਬੈਠੇ ਰਹੋ, ਕੰਪਿਊਟਰ ਅੱਗੇ ਬੈਠੇ ਰਹੋ, ਤੁਸੀਂ ਸਾਰਾ ਦਿਨ ਸੈੱਲ ਫੋਨ ਨੂੰ ਕੰਨ ਨਾਲ ਲਗਾਈ ਰੱਖੋ, ਤੁਸੀਂ ਸਾਰਾ ਦਿਨ ਇੰਟਰਨੈਟ ਸਾਹਮਣੇ ਬੈਠੇ ਰਹੋ, ਔਰ ਬਿਮਾਰੀਆਂ ਦੇਖੋ ਕਿਸ ਤਰ੍ਹਾਂ ਆਉਂਦੀਆਂ ਨੇ। ਦ ਮੋਰ ਯੂ ਆਰ ਅਵੇ ਫਰੋਮ ਦ ਨੇਚਰ ਯੂ ਆਰ ਦੁਖੀ, ਦ ਮੋਰ ਯੂ ਆਰ ਨੀਅਰ ਦ ਨੇਚਰ ਯੂ ਆਰ ਸੁਖੀ। ਕੁਦਰਤ ਦੇ ਨਿਯਮ ਸਮਝ ਆ ਰਹੇ ਨੇ ਵੀ ਮੇਰੇ ਤੇ ਵਾਪਰਦੇ ਨੇ। ਮੈਂ ਕਦੇ ਕਿਸੇ ਨੂੰ ਇਹਨਾਂ ਅੱਖਾਂ ਦੇ ਨਾਲ ਦੇਖ ਕੇ ਡਿਸਕ੍ਰਿਮੀਨੇਟ ਕਰਦਾ। ਇੱਕ ਫੋਰਨ ਆਈਟਮ ਮੈਂ ਆਪਣੇ ਅੰਦਰ ਪਾ ਲਈ, ਨਫ਼ਰਤ ਪਾ ਲਈ ਅੰਦਰ। ਹੁਣ ਉਹਨੂੰ ਵੇਖਣ ਸਾਰ ਮੇਰਾ ਮੱਥਾ ਠਨਕ ਜਾਂਦਾ ਹੈ, ਮੇਰੀ ਤਿਉੜੀ ਚੜ੍ਹ ਜਾਂਦੀ ਹੈ, ਮੇਰਾ ਸਿਰ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ, ਮੈਨੂੰ ਅੰਦਰੋਂ ਕ੍ਰੋਧ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ। ਇਹ ਸਾਰੀ ਫੋਰਨ ਆਈਟਮਸ ਮੈਂ ਪਾ ਰਿਹਾ ਆਪਣੇ ਅੰਦਰ। ਜੀਵਨ ਵਿਗੜ ਜਾਂਦਾ ਹੈ ਨੈਚੁਰਲ ਜੀਵਿਆ ਕਰ, ਕਿਉਂਕਿ ਨੇਚਰ ਵਿੱਚ ਸਾਰੇ ਬੰਦਿਆਂ ਨੂੰ ਇੱਕੋ ਜਿਹੀ ਹਵਾ ਦਿੱਤੀ ਜਾਂਦੀ, ਇੱਕੋ ਜਿਹੀ ਬਾਰਿਸ਼ ਦਿੱਤੀ ਜਾਂਦੀ, ਇੱਕੋ ਜਿਹੀ ਸੂਰਜ ਦਿੱਤਾ ਜਾਂਦਾ, ਇੱਕੋ ਜਿਹੀ ਆਕਸੀਜਨ ਦਿੱਤੀ ਜਾਂਦੀ। ਕੋਈ ਅਮੀਰ ਗਰੀਬ ਨਹੀਂ ਹੈ ਨੇਚਰ ਦੀ ਨਜ਼ਰ ਵਿੱਚ, ਰੱਬ ਜੀ ਦੀ ਨਜ਼ਰ ਵਿੱਚ। ਰੱਬ ਜੀ ਦੀ ਨਜ਼ਰ ਵਿੱਚ ਕੁਦਰਤ ਕੇ ਸਭ ਬੰਦੇ ਨੇ। ਕੋਈ ਸੰਤ ਚੋਰ ਰੱਬ ਜੀ ਦੀ ਨਜ਼ਰਾਂ ਵਿੱਚ ਅਲੱਗ-ਅਲੱਗ ਨਹੀਂ ਨੇ। ਸਤਿਗੁਰ ਸਭਨਾਂ ਦਾ ਭਲਾ ਮਨਾਇੰਦਾ। ਇਹ ਕੁਆਲਿਟੀ ਸਿੱਖ ਲੈ, ਉਹਨੂੰ ਸਮਝ ਆਉਂਦੀ ਹੈ ਅਨੇਕਾਂ ਮੇਰੇ ਤੇ ਨਿਯਮ ਵਾਪਰ ਰਹੇ ਨੇ। ਅਗਮ ਅਗਮ ਅਸੰਖ ਲੋ, ਉਹਦੇ ਅੰਦਰ ਅਨੇਕਾਂ ਐਸੇ ਗੁੱਝੇ ਖਿਆਲ ਵੀ ਚੱਲ ਰਹੇ ਨੇ ਜਿਨ੍ਹਾਂ ਦੇ ਬਾਰੇ ਪਤਾ ਨਹੀਂ ਹੈ। ਅਸੰਖਨ ਬੇਅੰਤਨ ਪਤਾ ਨਹੀਂ ਹੈ। ਇਹ ਉਸ ਨੂੰ ਸਮਝ ਆਉਂਦੀ ਜਾਂਦੀ ਹੈ। ਉਪਜਦੇ ਰਹਿੰਦੇ ਨੇ, ਬਿਨਸਦੇ ਰਹਿੰਦੇ ਨੇ, ਔਰ ਉਹਨੂੰ ਇਹ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਮੇਰੇ ਅੰਦਰ ਅਨੇਕਾਂ ਪਰਤਾਂ ਨੇ, ਚੰਗੇ ਖਿਆਲਾਂ ਦੀਆਂ ਵੀ, ਅਗਮ ਨੇ ਨਾ, ਮੰਦੇ ਖਿਆਲਾਂ ਦੀਆਂ ਵੀ। ਹੁਣ ਕੀ ਹੋਇਆ? ਮੈਂ ਤੇ ਮਹਿਸੂਸ ਕੀਤਾ ਹੀ ਨਹੀਂ। ਜੇ ਤਾਂ ਮੈਂ ਕੁੜਿਆਰ ਤੋਂ ਹੁਸ਼ਿਆਰ ਬਣਨਾ ਚਾਹੁੰਦਾ ਤਾਂ ਮਹਿਸੂਸ ਕਰਾਂਗਾ, ਤਾਂ ਪਤਾ ਲੱਗੇਗਾ ਕਿ ਮੈਨੂੰ ਅਸੰਖ ਕਹਿਣ ਤੋਂ ਵੀ ਕੇਵਲ ਕਹਿਣ ਨਾਲ ਨਹੀਂ ਗੱਲ ਬਣੇਗੀ। ਅਸੀਂ ਰੋਜ਼ ਪੜ੍ਹਦੇ ਹਾਂ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੇ ਤੇਰਾ ਕੀਤਾ ਕੇ ਵੱਡ ਚੀਰਾ। ਵੱਡੇ ਮੇਰੇ ਸਾਹਿਬਾ ਸੁਣ ਵੱਡਾ ਆਖੇ ਸਭ ਕੋਏ, ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕੀਮਤ ਪਾਏ ਨ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ। ਮੇਰੇ ਸਾਹਿਬ ਜੀ ਤੁਸੀਂ ਵੱਡੇ ਹੋ, ਪਰ ਲੋਕੀ ਪਤਾ ਕੀ ਕਰਦੇ ਨੇ? ਸੁਣ ਕੇ ਹੀ ਵੱਡਾ ਆਖੀ ਜਾਂਦੇ, ਮਹਿਸੂਸ ਨਹੀਂ ਕੀਤਾ। ਸੁਣ, ਇਹਦਾ ਅਸੀਂ ਰੋਜ਼ ਜਦੋਂ ਰਹਿਰਾਸ ਸਾਹਿਬ ਪੜ੍ਹਦੇ ਹਾਂ ਨਾ, ਇਹਦਾ ਉਚਾਰਨ ਕਰਿਆ ਕਰੀਏ, ਸੁਣ ਮੀਨ ਸੁਣ ਸੁਣ ਕੇ ਹੀ। ਸੁਣ ਵੱਡਾ ਆਖੇ ਸਭ ਕੋਏ। कभी रियलाइज भी किया, कभी महसूस किया? तू तो रब की एक भी करनी नहीं जानता, तो रोज़ बयान करता है रब इंज हेठली उतली कर देता है, घमंडी का सिर नीचा कर देता है, धरती ते आकाश चढ़ा देता है, चढ़े आकाश जगा देता है, घमंडियों का सिर नीचा कर देता है। इंज गल्लां करते हैं ना, फिर कहते इंज करो तो रब अगे जाके फिर इंज स्वर्गां च लै जाता है, ए वाले पुण्य करो तो स्वर्गां च लै जाता है, ए वाले पाप करो तो नरकां च सुट देता है। रब देख आया, रब दी करनी की जानते हैं असी सारे। इस तरह करांगे तो जन्नत जावांगे, इस तरह करांगे तो दोज़ख जावांगे। ए पुण्य होंदे ने, पाप होंदे ने, कर्म फिलॉसफी होंदी है। असी मरण तो बाद दीयां गल्लां इंज करदे सर रब जी दे ऑफिस दा सब कुछ असी वेख्या होया है, और फिर कही जांदा बेअंत है। ਉਹ ਜੀ ਰੱਬ ਜੀ ਦੀ ਰੱਬ ਜਾਣੇ। ਸਾਡੀ ਧੀ ਨੂੰ ਭੈਣ ਨੂੰ ਕੋਈ
ਦਾਜ ਦੇ ਨਾਂ ਹੇਠਾਂ ਸਾੜ ਕੇ ਮਾਰਦੇ, ਅਸੀਂ ਕਿ ਜੀ ਰੱਬ ਦੀ ਰੱਬ ਜਾਣੇ, ਰੱਬ ਦੀ ਰਜ਼ਾ 'ਚ ਰਹਿਣਾ ਚਾਹੀਦਾ, ਭਾਣੇ 'ਚ ਰਹਿਣਾ ਚਾਹੀਦਾ। ਗੁਰੂ ਪਾਤਸ਼ਾਹ ਇਸ ਸਮਾਜ ਦੀ ਇਹ ਨਿੱਗਰ, ਇਹ ਇਸਤਰੀ ਨਾਲ ਮੰਦੇ ਕਰਮਾਂ ਦੀ ਜਿਹੜੀ ਵਿਗੜੀ ਸੋਚ ਹੈ ਨਾ, ਇਸ ਸੋਚ ਤੋਂ ਮਨੁੱਖ ਨੂੰ ਅਵੇਸਲਾ ਨਹੀਂ ਰਹਿਣ ਦੇਣਾ ਚਾਹੁੰਦੇ ਨੇ। ਕਹਿੰਦੇ ਨੇ ਭਗਤੀ ਤੇਰੀ ਇਹਦੇ ਵਿੱਚ ਹੈ ਕਿ ਤੂੰ ਰੱਬੀ ਗੁਣ ਲੈ ਤੇ ਆਪਣੇ ਸਮਾਜ ਤੋਂ ਜ਼ੁਲਮ ਦੂਰ ਕਰ, ਕਿਉਂਕਿ ਇਹ ਰੱਬ ਜੀ ਨੇ ਜ਼ੁਲਮ ਨਹੀਂ ਬਣਾਏ ਨੇ, ਇਹ ਮਨੁੱਖੀ ਜ਼ੁਲਮ ਨੇ, ਇਹਨਾਂ ਦੇ ਅਗੇਂਸਟ ਖੜਾ ਹੋ ਜਾ। ਇਸੇ ਨੂੰ ਗੁਰਮਤਿ ਦੀ ਸੰਤ ਸਿਪਾਹੀ ਕਹਿੰਦੇ ਨੇ, ਇਸੇ ਨੂੰ ਗੁਰਮਤਿ ਦਾ ਸੇਂਟ ਸੋਲਜਰ ਕਹਿੰਦੇ ਨੇ ਕਿ ਸਮਾਜ ਦੀਆਂ ਕੁਰੀਤੀਆਂ ਦੂਰ ਕਰਨੀਆਂ ਚਾਹੀਦੀਆਂ। ਹਰ ਬੰਦੇ ਦੇ ਅਗੇਂਸਟ ਖੜੇ ਹੋ ਕੇ ਲੜਨ ਦੀ ਗੱਲ ਨਹੀਂ ਚੱਲ ਰਹੀ ਹੈ। ਸਮਾਜ ਦੀ ਕੁਰੀਤੀ ਦੇ ਅਗੇਂਸਟ ਅਸੀਂ ਕਦੇ ਵਿਚਾਰ ਕਰਕੇ ਦੇਖੀਏ ਕਿ ਸਾਡੇ ਘਰਾਂ ਵਿੱਚ ਮਾਵਾਂ ਧੀਆਂ ਭੈਣਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਕੀ ਹੁੰਦੀ ਹੈ? ਕਦੀ ਅਸੀਂ ਵਿਚਾਰਿਆ ਹੀ ਨਹੀਂ, ਕਿਉਂਕਿ ਅਸੀਂ ਆਪ ਹੀ ਉਹਨਾਂ ਨੂੰ ਡੋਰਮੈਟ ਬਣਾਉਂਦੇ ਹਾਂ, ਅਸੀਂ ਆਪ ਹੀ ਉਹਨਾਂ ਨੂੰ ਕਦੀ ਇਕੁਐਲਿਟੀ ਨਹੀਂ ਦਿੱਤੀ ਹੈ। ਸੁਣ ਸੁਣ ਕੇ ਰੱਬ ਜੀ ਨੂੰ ਵੱਡਾ ਨਾ ਆਖ, ਤੂੰ ਰੱਬ ਜੀ ਬਾਰੇ ਕੁਝ ਵੀ ਨਹੀਂ ਜਾਣਦਾ। ਜਿੱਥੇ ਤੇਰੀ ਪੇਸ਼ ਨਹੀਂ ਜਾਂਦੀ ਉੱਥੇ ਤੂੰ ਕਹਿੰਦਾ ਰੱਬ ਜੀ ਜਾਣਨ, ਅੱਗੇ ਰੱਬ ਕਰਾਏ। ਸਾਧ ਸੰਗਤ ਜੀ, ਮੈਂ ਕਈ ਵਾਰੀ ਚੈੱਕ ਕਰਦਾ ਆਪਣੇ ਆਪ ਨੂੰ, ਜ਼ੁਬਾਨ ਤੋਂ ਨਿਕਲ ਜਾਂਦਾ ਹੈ, ਮੈਂ ਲਫ਼ਜ਼ ਜਿਹੜੇ ਵਰਤਦਾ ਨਾ ਉਹ ਵਾਲੇ ਤੁਹਾਡੇ ਨਾਲ ਸਾਂਝ ਕਰਦਾ। ਅੱਛਾ ਇੰਝ ਹੈ, ਤੁਸੀਂ ਨਾ 10 ਵਜੇ ਉੱਥੇ ਪਹੁੰਚ ਜਾਣਾ। ਮੈਂ ਉਹਨੂੰ ਕਿਹਾ ਹੋਇਆ ਉਹਨਾਂ ਨੂੰ 9 ਵਜੇ ਹੀ ਕਾਰ ਲੈ ਕੇ ਨਿਕਲ ਆਏਗਾ, ਪੌਣੇ ਘੰਟੇ ਦਾ ਰਸਤਾ, 15 ਮਿੰਟ ਪਹਿਲਾਂ ਹੀ ਪਹੁੰਚ ਜਾਏਗਾ। ਅੱਗੇ ਜੇ ਟ੍ਰੈਫਿਕ ਜਾਮ ਹੋਇਆ ਫਿਰ ਅੱਗੇ ਰੱਬ ਜੀ ਜਾਣਾ, ਪਹਿਲਾਂ ਮੈਂ ਜਾਣਾ ਸਾਰੀ, ਜਿੱਥੇ ਮੇਰੀ ਪੇਸ਼ ਨਹੀਂ ਗਈ ਉੱਥੇ ਅੱਗੇ ਰੱਬ ਜੀ ਜਾਣਾ। ਮਤਲਬ ਹਾਊ ਵੀ ਟੇਕ ਦ ਲॉज ਇਨ ਆਵਰ ਹੈਂਡ। ਮੈਨੂੰ ਬੜੀ ਸ਼ਰਮ ਆਉਂਦੀ ਹੈ ਜਦੋਂ ਸੈਂਟੈਂਸ ਮੇਰੇ ਮੂੰਹ ਨਿਕਲਦਾ ਹੈ। ਅੱਛਾ ਫਿਰ ਇੰਝ ਕਰਾਂਗੇ, ਅੱਗੇ ਫਿਰ ਰੱਬ ਜੀ ਜਾਣਾ। ਸਾਡੇ ਸਾਹਮਣੋਂ ਕੀੜੀ ਲੰਘ ਜਾਏ ਨਾ ਤਾਂ ਅਸੀਂ ਬਰਦਾਸ਼ਤ ਨਹੀਂ ਕਰਦੇ, ਪਿੱਛੋਂ ਭਾਵੇਂ ਹਾਥੀ ਲੰਘ ਜਾਏ। ਔਰ ਰੋਜ਼ ਕਹੀ ਜਾਂਦੇ ਆ ਜਿਵੇਂ ਰੱਬ ਜੀ ਰੱਖਣ, ਜਿਹੜੀ ਘੜੀ ਲੰਘਾਉਣ। ਜਿਹੜੇ ਲੋਕੀ ਇੰਝ ਕਰ ਰਹੇ ਹੁੰਦੇ ਨੇ, ਮੈਂ ਸੋਚਦਾ ਜੇ ਤੁਹਾਡੀ ਨੂੰਹ ਜ਼ਰਾ ਜਿਹਾ ਤੁਹਾਡੇ ਆਬਜੈਕਟ ਕਰੇ ਤਾਂ ਫਿਰ ਘੜੀ ਲੰਘਦੀ ਦੇਖੋ, ਫਿਰ ਨਹੀਂ ਬਰਦਾਸ਼ਤ ਹੁੰਦੀ। ਕਿਤਨੀ ਫੋਨੀ ਅਸੀਂ ਗੱਲਾਂ ਕਰਦੇ ਹਾਂ। ਅਸੰਖ ਕਹਿ ਸਿਰ ਭਾਰ ਹੋਏ, ਸਿਰ ਤੇ ਭਾਰ ਲੈਣ ਵਾਲੀ ਗੱਲ ਹੈ। ਸੁਣ ਕੇ ਇਹਦੇ ਨਾਲ ਨਾ ਮਨ ਲੇਖੇ ਲਿਖਦਾ ਜਾਏਗਾ, ਮਨ ਆਪਣੇ ਲੇਖੇ ਲਿਖੀ ਜਾਏਗਾ, ਸਿਰ ਤੇ ਭਾਰ ਇਕੱਠਾ ਕਰਦਾ ਜਾਏਗਾ। ਉਹਨੂੰ ਕਹਿੰਦੇ ਲੇਖਿਆ ਕਤੈ ਨਾ ਛੂਟੀਐ, ਖਿਨ ਖਿਨ ਭੂਲਨਹਾਰ, ਬਖਸ਼ਣ ਹਾਰਾ ਬਖਸ਼ ਲੈ, ਨਾਨਕ ਪਾਰ ਉਤਾਰ। ਇਹ ਲੇਖੇ ਮੇਰਾ ਮਨ ਲਿਖਦਾ ਰਹਿੰਦਾ ਹੈ, ਔਰ ਲੇਖੇ ਅਵਗੁਣਾ ਦੇ ਲਿਖਦਾ ਹੈ, ਅਵਗੁਣਾ ਦੇ ਲੇਖੇ ਲਿਖੇ ਸਿਰ ਤੇ ਭਾਰ ਇਕੱਠਾ ਕਰਦਾ ਰਹਿੰਦਾ ਹੈ। ਲੋਕ ਅਵਗੁਣਾ ਕੀ ਬੰਨ੍ਹਣਾ ਗੰਠੜੀ। ਹੁਣ ਤੁਸੀਂ ਦੇਖਣਾ, ਜਿਹੜੇ ਲੋਕਾਂ ਕੋਲ ਚੁਆਨੀ ਦੁਆਨੀ ਅਠਾਨੀ ਆ ਗਈ ਹੈ ਨਾ, ਛੇਤੀ ਨਾਲ ਹੀ ਪ੍ਰੋਪਰਟੀ ਵੇਚ ਕੇ ਜਾਂ ਇੱਧਰ ਉੱਧਰ ਥੋੜ੍ਹਾ ਜਿਹਾ ਐਕਸਪੋਰਟ ਕਰਕੇ ਜਾਂ ਕਿਸੇ ਤਰ੍ਹਾਂ ਵੀ ਥੋੜ੍ਹਾ ਜਿਹਾ ਸੋਨਾ ਵੇਚ ਕੇ 4 ਪੈਸੇ ਆ ਗਏ ਨੇ ਨਾ, ਉਹ ਆਪਣੇ ਧੀ ਪੁੱਤਰ ਦੇ ਵਿਆਹ ਨਾ ਸਿੰਪਲ ਨਹੀਂ ਕਰਨਗੇ ਨਾ। ਲੋਕੀ ਫਿਰ ਕੀ ਸਮਝਣਗੇ, ਇਹਨਾਂ ਕੋਲ ਪੈਸੇ ਹੀ ਨਹੀਂ ਨੇ ਨਾ, ਫਿਰ ਦੇਣੇ ਚਾਹੀਦੇ ਨਾ। ਪਿੱਛੇ ਮੈਂ ਸੁਣਿਆ ਇੱਕ ਮੁੰਡੇ ਵਾਲੇ ਇਹ ਕਹਿ ਰਹੇ ਨੇ, ਉਹ ਜੀ ਤੁਸੀਂ ਕੁੜੀ ਨੂੰ ਰਿੰਗ ਸੈਰਮਨੀ ਤੇ 1 ਕਰੋੜ ਦੀ ਰਿੰਗ ਪਾਓ ਨਾ, ਅਲਟੀਮੇਟਲੀ ਰਿੰਗ ਤਾਂ ਤੁਹਾਡੇ ਘਰ ਹੀ ਆ ਜਾਏਗੀ, ਪਰ ਬਰਾਦਰੀ ਨੂੰ ਤਾਂ ਨਜ਼ਰ ਆਏਗਾ ਨਾ ਕਿੰਨੇ ਪੈਸੇ ਵਾਲੇ ਨੇ। ਦਿਖਾਵਾ, ਪਖੰਡ। ਲੋਕ ਅਵਗੁਣਾ ਕੀ ਬੰਨ੍ਹੈ ਗੰਠੜੀ। ਫਿਰ ਅਸੀਂ ਕਹਿੰਦੇ ਹਾਂ ਜਿਵੇਂ ਦੁਨੀਆ ਕਰਦੀ ਹੈ ਨਾ, ਦੁਨੀਆ ਸਾਜ਼ ਹੋਣਾ ਚਾਹੀਦਾ ਹੈ, ਜ਼ਮਾਨੇ ਸਾਜ਼ ਹੋਣਾ ਚਾਹੀਦਾ ਹੈ, ਜਿਸ ਤਰ੍ਹਾਂ ਰੀਤੀ ਰਿਵਾਜ ਦੁਨੀਆ ਕਰਦੀ ਹੈ। ਇਹ ਅਸੰਖ ਵੀ ਕਹੀ ਜਾ ਰਿਹਾ ਹੈ, ਰੱਬ ਜੀ ਕੋਲੋਂ ਡਰੀ ਵੀ ਜਾ ਰਿਹਾ ਹੈ, ਤੇ ਸਾਰਾ ਪਖੰਡ ਆਪਣੇ ਹੱਥ ਲਈ ਜਾ ਰਿਹਾ, ਸਿਰ ਤੇ ਭਾਰ ਇਕੱਠਾ ਗੰਠੜੀ ਕਰਦਾ ਜਾ ਰਿਹਾ। ਅਮਲੀ ਜੀਵਨ ਨਹੀਂ ਬਣੇਗਾ, ਅਸੰਖ ਕਹਿਣ ਨਾਲ ਨਹੀਂ ਗੱਲ ਬਣੇਗੀ। ਤੈਨੂੰ ਅਮਲੀ ਜੀਵਨ ਬਣਾਉਣਾ ਹੈ। ਜਦੋਂ ਅਮਲੀ ਜੀਵਨ ਬਣਾਉਂਦੇ ਆ ਨਾ, ਤਾਂ ਜਿਤਨੇ ਜ਼ਿਆਦਾ ਚੰਗੇ ਗੁਣ ਗ੍ਰਹਿਣ ਕਰਦੇ ਜਾਈਏ, ਉਹਨਾਂ ਤੋਂ ਅਗਲੇ ਹੋਰ ਚੰਗੇ ਗੁਣ ਆਉਂਦੇ ਜਾਂਦੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਤਾਂ ਉਸ ਵੇਲੇ ਵਿਸਮਾਦਤ ਹੋ ਕੇ ਕਿਹਾ, ਵਾਹ ਰੱਬ ਜੀ ਤੁਹਾਡੇ ਬੇਅੰਤ ਚੰਗੇ ਗੁਣ ਨੇ, ਮੈਂ ਥੋੜ੍ਹੇ ਜਿਹੇ 4 ਗੁਣ ਕਮਾਉਣ ਲੱਗਾ ਵਾਂ, 4 ਗੁਣ ਜੀਣ ਲੱਗਾ ਵਾਂ, ਤਾਂ ਮੈਂ ਇੱਥੇ ਤੱਕ ਨਹੀਂ ਖਲੋਣਾ। ਮੈਂ ਜਾਚਨਾ ਕਰਦਾ ਤੁਹਾਡੇ ਅਸੰਖ ਬੇਅੰਤ ਗੁਣ ਹਨ, ਮੈਨੂੰ ਹੋਰ ਗੁਣ ਦਿਓ, ਮੇਰੇ ਅਵਗੁਣਾਂ ਦਾ ਭਾਰ ਲਾਓ। ਅਖਰੀ ਨਾਮ, ਅਖਰੀ ਸਲਾਹ। ਅੱਖਰ ਤੋਂ ਬਣਿਆ ਅਖਰੀ, ਲੇਕਿਨ ਅਸੀਂ ਅੱਖਰ ਦਾ ਮੈਨਾ ਸਮਝ ਲਿਆ ਇੱਕ ਲਫ਼ਜ਼। ਸਾਧ ਸੰਗਤ ਜੀ, ਇੱਕ ਲਫ਼ਜ਼ ਤੇ ਇੱਕ ਅਲਫਾਬੈਟ ਹੁੰਦਾ, ਲੇਕਿਨ ਅਸੀਂ 4 ਲਫ਼ਜ਼ਾਂ ਨੂੰ ਜੋੜ ਕੇ ਜਾਂ 6 ਲਫ਼ਜ਼ਾਂ ਨੂੰ ਜੋੜ ਕੇ ਜਾਂ 3 ਲਫ਼ਜ਼ਾਂ ਨੂੰ ਜੋੜ ਕੇ ਜਾਂ 2.5 ਲਫ਼ਜ਼ਾਂ ਨੂੰ ਜੋੜ ਕੇ ਰੱਬ ਜੀ ਦਾ ਇੱਕ ਨਾਂ ਬਣਾ ਲੈਂਦੇ ਹਾਂ। ਅੱਖਰ, ਅੱਖਰ ਤੇ ਇੱਕ ਹੁੰਦਾ। ਪਰ ਗੁਰੂ ਨਾਨਕ ਪਾਤਸ਼ਾਹ ਕਬੀਰ ਸਾਹਿਬ ਤੋਂ ਪਹਿਲਾਂ ਜਦੋਂ ਇਹ 52 ਅੱਖਰੀ ਉਚਾਰੀ ਗਈ ਹੈ, ਉਸ ਤੋਂ ਪਹਿਲਾਂ ਵਾਲੇ ਕਹਿੰਦੇ ਸੀ 52 ਅੱਖਰ ਲੋਕ ਤਰੈ, ਸਭ ਕਛ ਇਨਹੀ ਮਾਏ। 52 ਅੱਖਰ ਨੇ, ਸਾਰੀ ਸ੍ਰਿਸ਼ਟੀ, ਸਾਰੀ ਦੁਨੀਆ, ਸਾਰਾ ਕੁਝ ਇਹਨਾਂ 52 ਅੱਖਰਾਂ ਵਿੱਚ ਚੱਲ ਰਿਹਾ। ਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਅੱਖਰ ਖਿਰ ਜਾਏਂਗੇ,
पर अगे बड़ी कीमती गल कहते हैं, ओए अखर इनमें ना है। ਜਦੋਂ ਅਸੀਂ ਅੱਖਰ ਤੋਂ ਅੱਖਰ ਇਸ ਤਰ੍ਹਾਂ ਉਚਾਰਨ ਕਰਾਂਗੇ ਨਾ, ਅੱਖਰ ਹੁੰਦਾ ਹੈ ਖੁਰ ਜਾਣ ਵਾਲਾ, ਡਿਸਟਰੋਏ ਹੋ ਜਾਣ ਵਾਲਾ, ਟੁੱਟ ਭੱਜ ਜਾਣ ਵਾਲਾ। ਰੱਬ ਜੀ ਨਹੀਂ ਭੱਜਦੇ ਨੇ, ਰੱਬ ਜੀ ਨਹੀਂ ਟੁੱਟਦੇ ਨੇ, ਉਹਨਾਂ ਦੇ ਨਿਯਮ ਅਟਲ ਹਨ। ਕੋਈ ਜੰਮ ਵੀ ਰੱਬ ਜੀ ਦੇ ਇੱਕ ਨਿਯਮ ਨੂੰ ਨਹੀਂ ਤੋੜ ਸਕਦਾ। ਸੋ ਕਾਰਡ ਮੰਦੇ ਔਗੁਣਾ ਦੇ ਨਾਲ ਤੂੰ ਕੁਛ ਵੀ ਹੁਕਮ ਦੇ ਰੱਬੀ ਨਿਯਮ ਤੋਂ ਬਾਹਰ ਨਹੀਂ ਜਾ ਸਕਦਾ। ਰੱਬੀ ਨਿਯਮ ਤੋਂ ਉਲਟ ਜ਼ਰਾ ਜਿਹਾ ਤੂੰ ਕੁਛ ਕਰੇਗਾ ਤਾਂ ਦੇਖ ਅਪਸੈਟ ਔਰ ਦੁਖੀ ਹੋ ਜਾਏਗਾ। ਇਹ ਅੱਖਰ ਖਿਰ ਜਾਏਂਗੇ। ਇੱਥੋਂ ਇੱਕ ਹੋਰ ਬਰੀਕ ਪੁਆਇੰਟ ਨਿਕਲਦਾ ਹੈ। ਕਈ ਦੇਹਧਾਰੀ ਗੁਰਤਾ ਵਾਲੇ ਨਾ ਕਹਿੰਦੇ ਨੇ, ਉਹ ਜੀ ਇਹ ਤੁਹਾਡਾ ਗੁਰੂ ਗ੍ਰੰਥ ਸਾਹਿਬ, ਗ੍ਰੰਥ ਕੈਸੇ ਗੁਰੂ ਹੋ ਸਕਦਾ ਹੈ? ਇਸ ਤਰ੍ਹਾਂ ਦੇ ਨਾ ਉਹ ਪੁੱਠੇ ਕੁਐਸਚਨ ਕਰਦੇ ਨੇ। ਪਰ ਮੈਂ ਉਹਨਾਂ ਨਾਲ ਸਾਂਝ ਕਰਦਾ, ਅਸੀਂ ਇਸ ਰੁਮਾਲੇ ਦੇ ਸਿੱਖ ਨਹੀਂ ਹਾਂ ਔਰ ਪਾਲਕੀ ਦੇ ਸਿੱਖ ਨਹੀਂ ਹਾਂ। ਅਸੀਂ ਇਹਦੇ ਵਿੱਚ ਜਿਹੜੇ ਅੱਖਰ ਲਿਖੇ ਨੇ, ਲਫ਼ਜ਼ ਲਿਖੇ ਨੇ, ਉਹਨਾਂ ਦੇ ਪਿੱਛੇ ਜਿਹੜਾ ਹਿਡਨ ਮੈਸੇਜ ਹੈ, ਜਿਹੜਾ ਉਹਦੇ ਚੋਂ ਭਾਵ ਅਰਥ ਨਿਕਲ ਕੇ ਸੱਚ ਦੀ ਨੌਲੇਜ ਦਾ ਸੁਨੇਹਾ ਨਿਕਲ ਕੇ ਆਉਂਦਾ, ਐਸੈਂਸ ਜਿਸ ਨੂੰ ਤਤ ਗਿਆਨ ਕਹਿੰਦੇ ਨੇ, ਜਿਹੜਾ ਉਹਦਾ ਨਿਚੋੜ ਨਿਕਲ ਕੇ ਆਉਂਦਾ ਹੈ ਨਾ ਕਿ ਇਹ ਇਸ ਦਾ ਭਾਵ ਹੈ ਅਤੇ ਇਸ ਅਨੁਸਾਰ ਜੀਵਨ ਜੀਵੀਦਾ ਹੈ, ਉਹ ਜਿਹੜਾ ਨਿਕਲ ਕੇ ਆਉਂਦਾ ਉਹਨੂੰ ਸ਼ਬਦ ਗੁਰੂ ਕਹਿੰਦੇ ਨੇ। ਸ਼ਬਦ ਗੁਰੂ ਲਫ਼ਜ਼ ਨਹੀਂ ਹੁੰਦਾ, ਸ਼ਬਦ ਗੁਰੂ ਸੱਚ ਦੀ ਨੌਲੇਜ, ਸੱਚ ਦੀ ਨੌਲੇਜ, ਤਤ ਗਿਆਨ। ਇਹ ਅੱਖਰ ਖਿਰ ਜਾਏਂਗੇ। ਇਹ ਲਫ਼ਜ਼ਾਂ ਨੂੰ ਕੋਈ ਇਨਸਾਨ ਸ਼ਰਾਰਤ ਕਰੇ ਤਾਂ ਲਫ਼ਜ਼ਾਂ ਦੀ ਹੇਰ-ਫੇਰ ਕਰ ਸਕਦਾ ਹੈ, ਲਫ਼ਜ਼ਾਂ ਉੱਤੇ ਸ਼ਾਹੀ ਉੱਤੇ ਕੁਝ ਫੇਰ ਸਕਦਾ ਹੈ, ਕੁਛ ਇਸ 'ਤੇ ਪਾਣੀ ਫੇਰ ਸਕਦਾ ਹੈ, ਕੁਛ ਵੀ ਕਰ ਸਕਦਾ ਹੈ। ਪਰ ਰੱਬ ਜਿਹੜਾ ਹੈ ਨਾ, ਰੱਬ ਅੱਖਰ ਹੈ, ਉਹਨੂੰ ਨਹੀਂ ਮਿਟਾ ਸਕਦੇ। ਉਹ ਅਕਾਲ ਮੂਰਤ ਹੈ, ਉਹ ਇਮੋਰਟਲ ਹੈ। ਆਖਰੀ ਨਾਮ ਆਖਰੀ ਸਲਾਹ। ਅੱਖਰ ਸ਼ਬਦ ਤੋਂ ਅੱਖਰੀ ਬਣਿਆ, ਭਾਵ ਨਾ ਖਰਨ ਵਾਲਾ, ਇਟਰਨਲ ਅਵਿਨਾਸ਼ੀ ਰੱਬ ਜੀ। ਰੱਬੀ ਗੁਣਾਂ ਬਾਰੇ ਉਸ ਨੂੰ ਸਮਝ ਆ ਜਾਂਦੀ ਹੈ ਕਿ ਇਹਦੇ ਵਿੱਚੋਂ ਮੈਨੂੰ ਤਤ ਗਿਆਨ ਲੈਣਾ ਹੈ। ਇਹਦਾ ਮਤਲਬ ਇਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਬਾਣੀ 'ਚੋਂ ਜਿਹੜਾ ਸਾਨੂੰ ਗੁਰ ਸਮਝ ਆਉਂਦਾ ਹੈ, ਅਸੀਂ ਉਸ ਨੂੰ ਫੋਲੋ ਕਰਦੇ ਹਾਂ। ਹੁਣ ਅਸੀਂ ਇਹਦਾ ਉਚਾਰਨ ਕਰਾਂਗੇ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਅੱਗੇ ਹੁਣ ਅਸੀਂ ਇਸ ਦਾ ਉਚਾਰਨ ਅਣਗੌਲਿਆਂ, ਅਚਨਚੇਤ ਜਾਂ ਇਨੋਸੈਂਟਲੀ ਜਾਂ ਜਾਣ ਕੇ, ਮਚਲੇ ਬਣ ਕੇ, ਇਗਨੋਰੈਂਟ ਹੋ ਕੇ ਉਚਾਰਨ ਕਰਦੇ ਹਾਂ। ਗੁਰਬਾਣੀ ਕਾ ਹੈ, ਉਚਾਰਨ ਹੈ ਗੁਰ। ਬਾਣੀ ਕਾ ਹੈ, ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਤੈਨੂੰ ਜਿਹੜਾ ਗੁਰ ਸਮਝਾਇਆ ਨਾ, ਉਹ ਜਿਹੜਾ ਗੁਰ ਵਿੱਚੋਂ ਸਾਨੂੰ ਸਮਝ ਆਉਂਦਾ ਨਾ, ਅਸੀਂ ਉਸ ਦੇ ਸਿੱਖ ਹਾਂ। ਗੁਰ ਟੈਕਨੀਕ, ਵਿਧੀ, ਤਰੀਕਾ, ਉਹਨੂੰ ਕਹਿੰਦੇ ਨੇ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਰਾਮ ਨਾਮ ਔਖਦ ਦਿਆ ਏਕਾ ਲਿਵ ਲਾਈ। ਸਤਿਗੁਰ ਮਿਲ ਗਿਆ ਮੈਨੂੰ, ਉਹਨੇ ਬਣਤ ਬਣਾ ਦਿੱਤੀ ਹੈ। ਵਿਧ, ਤਰੀਕਾ, ਗੁਰ, ਟੈਕਨੀਕ, ਵਿਧੀ ਸਮਝਾ ਦਿੱਤੀ ਹੈ। ਅਵਗੁਣ ਛੱਡ ਦੇ, ਕੂੜ ਕੀ ਪਾਲ ਹਟਾ ਦੇ। ਰੱਬ ਜੀ ਹੀ ਹਨ, ਰੱਬ ਜੀ ਹੀ ਪ੍ਰੈਜ਼ੈਂਟ ਹਨ। ਓਨਲੀ ਤੂੰ ਆਪਣੇ ਅਵਗੁਣਾਂ ਨਾਲ ਰੱਬ ਜੀ ਨੂੰ ਐਬਸੈਂਟ ਕੀਤਾ ਸੀ। ਇੱਕ ਐਗਜ਼ਾਮਪਲ ਮੈਂ ਬਣਾਉਂਦਾ ਨਾ, ਤੁਸੀਂ ਸਭ ਨੇ ਸੁਣੀ ਹੋਣੀ। ਸਾਡਾ ਬੱਚਾ ਟੀਵੀ ਤੇ ਇੰਟਰਨੈਟ ਤੇ ਕੁਝ ਗਲਤ ਚੀਜ਼ਾਂ ਦੇਖ ਰਿਹਾ ਹੈ। ਉਸਨੂੰ ਆਵਾਜ਼ ਆਉਂਦੀ ਹੈ ਮੇਰੇ ਕਮਰੇ ਅੰਦਰ, ਲੱਗਦਾ ਹੈ ਮੇਰੇ ਪੇਰੈਂਟਸ ਜਾਂ ਮੇਰਾ ਵੱਡੇ ਭੈਣ ਭਰਾ ਆ ਰਹੇ ਨੇ। ਉਹ ਫਟਾਫਟ ਉਹਦੀ ਵਿੰਡੋ ਚੇਂਜ ਕਰ ਦਿੰਦਾ, ਮਿਨੀਮਾਈਜ਼ ਕਰ ਦਿੰਦਾ, ਚੇਂਜ ਕਰ ਦਿੰਦਾ, ਉਹ ਦੇਖ ਨਾ ਲੈਣ। ਲੇਕਿਨ ਜਦੋਂ ਉਹ ਨਹੀਂ ਸਨ ਤਾਂ ਇਹਨੇ ਕੀ ਕੀਤਾ ਆਪਣੇ ਵੱਲੋਂ, ਮੇਰੇ ਮੰਮੀ ਪਾਪਾ ਪ੍ਰੈਜ਼ੈਂਟ ਨਹੀਂ ਹੈ, ਜੋ ਮਰਜ਼ੀ ਕਰ ਲਓ। पर जो ही मम्मी पापा प्रेजेंट होते हैं तो ये वो गलत काम को छुपाता है, नहीं कर पाता है। इंज ਜਦੋਂ ਮੈਂ ਅਵਗੁਣ ਕਰਨਾ ਹੁੰਦਾ ਹੈ ਮੰਮੀ ਪਾਪਾ ਵਾਂਗੂ, ਮੈਂ ਰੱਬ ਜੀ ਨੂੰ ਐਬਸੈਂਟ ਕਰ ਦਿੰਦਾ ਹਾਂ। ਰੱਬ ਜੀ ਤੇ ਓਮਨੀ ਪ੍ਰੈਜ਼ੈਂਟ ਨੇ, ਉਹਨਾਂ ਨੂੰ ਐਬਸੈਂਟ ਕੀਤਾ ਨਹੀਂ ਜਾ ਸਕਦਾ। ਆਖਰੀ ਨਾਮ ਰੱਬ ਜੀ ਦੇ ਸਭ ਜਗ੍ਹਾ, ਉਹਨਾਂ ਦਾ ਨਾਮਣਾ ਨਿਯਮ ਚੱਲ ਰਿਹਾ ਹੈ। ਇਸ ਹੁਕਮ ਤੋਂ ਤੂੰ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਤੂੰ ਨਹੀਂ ਹੋ ਸਕਦਾ, ਬਲਕਿ ਉਹਨਾਂ ਦੀ ਸਲਾਹ ਮਸ਼ਵਰਾ ਲਿਆ ਕਰ ਸੱਚ ਦਾ।
ਅਖਰੀ ਸਲਾਹ, ਉਹਨੂੰ ਅਸੀਂ ਪੜ੍ਹਦੇ ਹਾਂ ਨਾ, ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਕਰਤਾ ਤੇਰੇ ਸਭ ਕਿਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਤੁਸੀਂ ਤੁਹਾਡੇ ਘਰ ਪਤਾ ਕੀ ਹੈ, ਲੋਕੀ ਸਮਝਦੇ ਨੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰੇ, ਮੇਰੇ ਪਾਸ ਕਾਰ ਨਹੀਂ ਹੈ, ਕਾਰ ਦੇ ਦਿਓ। ਇੱਥੇ ਖੜੀਆਂ ਕੀਤੀਆਂ ਪਿੱਛੇ ਕਾਰਾਂ, ਪੈਸਾ ਨਹੀਂ ਹੈ, ਪੈਸਾ ਦੇ ਦਿਓ, ਨੌਕਰੀ ਦਿਲਾ ਦਿਓ, ਬੱਚੇ का रिश्ता दिला दो, मैट्रीमोनियल है ਇੱਥੇ। ਸਾਧ ਸੰਗਤ ਜੀ, ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਕਰਤਾ ਤੇਰੇ ਸਭ ਕੁਛ ਹੈ, ਜਿਸ ਦੇ ਸੁਪਾਵੇ। ਜੋ ਲੈਣਾ ਚਾਹੁੰਦਾ ਹੈ ਉਹਦੇ ਵਾਸਤੇ ਤੁਸੀਂ ਪਤਾ ਕੀ ਦਿੰਦੇ ਹੋ, ਰੱਬੀ ਗੁਣਾਂ ਦੀ ਸਿਫਤ ਦੀ ਸਲਾਹ ਦਾ ਮਸ਼ਵਰਾ ਦਿੰਦੇ ਹੋ ਕਿ ਰੱਬੀ ਗੁਣਾਂ ਨਾਲ ਜੀਵੀਦਾ ਹੈ, ਰੱਬੀ ਗੁਣਾਂ ਨਾਲ ਜੀਣਾ ਭਗਤੀ ਹੈ। ਤੂੰ ਸਮਝਦਾ ਮਾਲਾ ਫੇਰਨਾ ਭਗਤੀ ਹੈ, ਤੂੰ ਸਮਝਦਾ ਚੌਕੜਾ ਮਾਰਨਾ ਭਗਤੀ ਹੈ, ਤੂੰ ਸਮਝਦਾ ਅੱਖਾਂ ਬੰਦ ਕਰਨਾ ਭਗਤੀ ਹੈ, ਤੂੰ ਸਮਝਦਾ ਮੈਡੀਟੇਸ਼ਨ ਕਰਨਾ ਭਗਤੀ ਹੈ, ਤੂੰ ਸਮਝਦਾ ਕਿਸੇ ਤੀਰਥ ਤਿਉਹਾਰ ਮਹੀਨੇ ਜਾ ਕੇ ਨਹਾ ਕੇ ਆ ਜਾਣਾ ਭਗਤੀ ਹੈ। ਨਹੀਂ, ਮਨਮੁਖ ਭਗਤ ਕਰੈ ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨਾ ਹੋਈ। ਸਤਿਗੁਰ ਕੋਲ ਪੁੱਛਿਆ ਕਰ ਭਗਤੀ ਕੀ ਹੁੰਦੀ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ ਰੋਜ਼ ਜਪਜੀ 'ਚ, ਵਿਣ ਗੁਣ ਕੀਤੇ ਭਗਤ ਨਾ ਹੋਏ। ਰੱਬੀ ਗੁਣਾਂ ਨਾਲ ਨਹੀਂ ਨਾ ਜੀ ਰਿਹਾ, ਭਗਤੀ ਹੋ ਹੀ ਨਹੀਂ ਰਹੀ। अच्छा, ਇਹਦਾ ਮਤਲਬ ਜੇ ਰੱਬੀ ਗੁਣਾਂ ਨਾਲ ਜੀਓ, ਦਿਸ ਇਜ਼ ਆਟੋਮੈਟਿਕਲੀ ਭਗਤੀ। ਯੈਸ, ਇਫ ਯੂ ਆਰ ਲਿਵਿੰਗ ਗॉडली क्वालिटीज, ये अपने आप में भक्ति है। गुरु नानक पातशाह बड़ी स्टॉन्चिंग खरा सच सारी दुनिया के वास्ते यूनीवर्सल ट्रुथ बोलते हैं। सच दी सिर्फ सलाह दा ज्ञान लिया कर, अखरी ज्ञान गीत गुण गाह। गाह ਦਾ ਮੈਨਾ ਗਾਉਣਾ ਹੁੰਦਾ ਹੈ, ਲੇਕਿਨ ਜਦੋਂ ਅਸੀਂ ਗਹਿਰਾਈ 'ਚ ਜਾਵਾਂਗੇ ਤਾਂ ਗਾਹ ਦਾ ਮੈਨਾ ਗ੍ਰਹਿਣ ਕਰਨਾ ਹੁੰਦਾ ਹੈ। ਸਾਧ ਸੰਗਤ ਜੀ, ਉਸੇ ਨੂੰ ਗਾਉਣਾ ਕਹਿੰਦੇ ਨੇ ਜਿਸ ਗਾਉਣ ਦੇ ਨਾਲ ਜੋ ਮੈਂ ਗਾ ਰਿਹਾ, ਜੇ ਮੈਂ ਉਸ ਨੂੰ ਅਡਾਪਟ ਕੀਤਾ ਹੈ, ਜੇ ਮੈਂ ਉਸ ਨੂੰ ਗ੍ਰਹਿਣ ਕੀਤਾ ਹੈ। ਅਖਰੀ ਗਿਆਨ ਨਾ ਖਰਨ ਵਾਲੇ ਰੱਬ ਜੀ ਦਾ ਸੱਚ ਦਾ ਗਿਆਨ ਲੈਣਾ ਅਤੇ ਉਹਨਾਂ ਦੇ ਗੁਣ ਗ੍ਰਹਿਣ ਕਰਨੇ, ਉਹਨਾਂ ਨੂੰ ਗਾਉਣਾ। ਅਸੀਂ ਇਹ ਵਿਚਾਰ ਵੀ ਸਾਂਝ ਕਰ ਚੁੱਕੇ ਹੋਏ ਹਾਂ ਕਿ ਜਿਹੜੇ ਗੁਣ ਅਸੀਂ ਗਾਉਂਦੇ ਹਾਂ, ਜਿਹੜੀ ਵੀ ਚੀਜ਼ ਅਸੀਂ ਗਾਉਂਦੇ ਹਾਂ, ਸਾਡੀ ਧੁਨ ਉਸ ਪਾਸੇ ਲੱਗੀ ਰਹਿੰਦੀ ਹੈ ਹਮੇਸ਼ਾ। ਬਹੁਤ ਸਿੰਪਲ ਐਗਜ਼ਾਮਪਲ ਮੈਂ ਸਾਂਝ ਕਰਦਾ ਹੁੰਦਾ, ਜੇ ਮੇਰਾ ਬੱਚਾ ਬਚਪਨ ਤੋਂ ਦੇਖਦਾ ਹੈ ਕਮੈਂਟਰੀ ਆ ਰਹੀ ਹੈ, ਟੀਵੀ ਤੇ ਕ੍ਰਿਕਟ ਚੱਲ ਰਹੀ ਹੈ, ਹਰ ਬੰਦਾ ਟੈਂਡੂਲਕਰ ਕੀ ਬਾਤ ਕਰ ਰਿਹਾ ਹੈ, ਬੱਚਾ ਵੀ ਦੇਖਦਾ ਹੈ, ਦੇਖ ਦੇਖ ਕੇ ਘਰ ਹਰ ਵੇਲੇ ਕਹਿੰਦੇ ਨੇ ਇਹ ਸਾਡਾ ਨਿੱਕਾ ਜਿਹਾ ਬੱਚਾ, ਹੁਣੇ ਆਪ ਬੈਟ ਜੋਗਾ ਨਹੀਂ ਹੈ, ਇਹਦੀ ਹਾਈਟ ਬੈਟ ਜਿੰਨੀ ਨਹੀਂ ਹੈ, ਪਰ ਹਰ ਵੇਲੇ ਕ੍ਰਿਕਟ ਦੇ ਗੁਣ ਗਾਉਂਦਾ ਰਹਿੰਦਾ ਹੈ, ਟੈਂਡੂਲਕਰ ਕਰਦਾ ਰਹਿੰਦਾ ਹੈ, ਟੀਵੀ ਅੱਗੇ ਹੀ ਬੈਠਾ ਰਹਿੰਦਾ ਹੈ, ਰੋਟੀ ਨਹੀਂ ਖਾਂਦਾ, ਟੀਵੀ ਤੱਕਦਾ ਰਹਿੰਦਾ। ਕ੍ਰਿਕਟ ਦੇ ਹੀ ਗੁਣ ਧੁਨ ਸਵਾਰ ਰਹਿੰਦੀ ਹੈ ਇਹਨੂੰ। ਜਿਹਨੂੰ ਧੁਨ ਸਵਾਰ ਰਹਿੰਦੀ ਹੈ ਨਾ, ਜੋ ਪੂਰੀ ਤਰ੍ਹਾਂ ਉਹਦੇ ਵਿੱਚ ਪੈਨੀਟ੍ਰੇਟਿਡ ਹੋ ਜਾਂਦਾ ਹੈ, ਉਹ ਵਾਲਾ ਗੁਣ ਅਡਾਪਟ ਕਰ ਲੈਂਦਾ ਹੈ। ਹੁਣ ਜੋ ਹੀ ਸਾਡਾ ਬੱਚੇ ਨੂੰ ਜ਼ਰਾ ਜਿਹੀ ਅਕਲ ਆਏਗੀ ਨਾ, ਰੋ ਕੇ ਕਹੇਗਾ ਮੰਮੀ ਮੇਰੇ को बैट बॉल ले दो, मैंने क्रिकेट खेलनी है, मेरे को बाहर जाने दो, मैंने खेलना है, क्योंकि उन्हें गुण ग्रहण कर लिया, गाया और इसनों गाण लग पिया, गांदे गांदे वो वाला गुण ही अडॉप्ट कर लिया। पर एक नैगेटिव एग्जाम्पल लईए, जे मैं शराब दे गुण गावां ਤਾਂ ਫਿਰ ਮੈਂ ਸ਼ਰਾਬ ਦਾ ਗਲਾਸ ਇੱਕ ਦਿਨ ਫੜ ਹੀ ਲਵਾਂਗਾ, ਕਿਉਂਕਿ ਮੈਂ ਉਹਦੇ ਗੁਣ ਗਾਉਂਦਾ। ਉਹ ਵਾਲਾ ਗੁਣ ਮੈਂ ਗ੍ਰਹਿਣ ਕਰ ਲਿਆ, ਮੈਨੂੰ ਸ਼ਰਾਬੀਏ ਚੰਗੇ ਲੱਗਦੇ ਨੇ, ਮੈਨੂੰ ਉਹਨਾਂ ਦੀ ਪਲੇਟ ਅੱਛੀ ਲੱਗਦੀ ਹੈ, ਮੈਨੂੰ ਉਹਨਾਂ ਦਾ ਭਾਂਡਾ ਚੰਗਾ ਲੱਗਦਾ ਹੈ, ਮੈਨੂੰ ਉਹਨੂੰ ਬਰਫ਼ ਨੂੰ ਇੰਝ ਪਕੜ ਕੇ ਪਾਣਾ ਚੰਗਾ ਲੱਗਦਾ ਹੈ, ਕਿਸ ਤਰ੍ਹਾਂ ਉਹ ਬਾਹਰ ਸਜਾਉਂਦੇ ਨੇ ਚੰਗੀ ਲੱਗਦੀ ਹੈ, ਮੈਂ ਵੀ ਉਸ ਤਰ੍ਹਾਂ ਬੋਤਲਾਂ ਲਿਆ ਕੇ ਸਜਾਵਾਂਗਾ, ਮੈਂ ਵੀ ਉਂਝ ਪੁੱਠੇ ਗਲਾਸ ਉੱਥੇ ਟੰਗਾਂਗਾ, ਮੈਂ ਵੀ ਆਪਣੇ ਘਰ ਬਾਹਰ ਬਣਾਵਾਂਗਾ, ਮੈਂ ਵੀ ਆਪਣੇ ਦੋਸਤਾਂ ਨੂੰ ਬੁਲਾਵਾਂਗਾ, ਉਂਝ ਜਗ ਬੁਝ ਦੀਆਂ ਬੱਤੀਆਂ ਲਾਵਾਂਗਾ, ਕਿਉਂਕਿ ਮੈਂ ਸ਼ਰਾਬ ਦੇ ਗੁਣ ਗਾਏ ਸਨ। ਪਰ ਜੇ ਮੈਂ ਰੱਬੀ ਗੁਣ ਗਾਵਾਂ ਔਰ ਰੱਬੀ ਗੁਣ ਨਾ ਲਵਾਂ ਤਾਂ ਇਹਦਾ ਮਤਲਬ ਮੈਂ ਮਨ ਕਰ ਕਬੂ ਨਾ ਹਰ ਗੁਣ ਗਾਇਓ ਕੀਤਾ, ਮੈਂ ਮਨ ਕਰਕੇ ਰੱਬੀ ਗੁਣ ਗਾਏ ਨਹੀਂ। ਜਿਹੜੇ ਗੁਣ ਗਾਉਂਦੇ ਹਾਂ ਉਹਨਾਂ ਗੁਣਾਂ ਨੂੰ ਗ੍ਰਹਿਣ ਕਰਦੇ ਹਾਂ। ਆਖਰੀ ਗਿਆਨ ਗੀਤ ਗੁਣ ਗਾ, ਉਹਨਾਂ ਗੁਣਾਂ ਨੂੰ ਲੈਣਾ ਅਤੇ ਗਾਉਣਾ। ਆਖਰੀ ਲਿਖਣ ਬੋਲਣ ਬਾਣ, ਨਾ ਖਰਨ ਵਾਲੇ ਰੱਬ ਜੀ ਦੇ ਗੁਣ ਲੈਂਦਿਆਂ ਉਹਦੀ ਬਾਣੀ ਸਮਝਦਿਆਂ ਔਰ ਉਹਦੀ ਹੀ ਬਾਣ ਬੋਲਦਿਆਂ ਦਿਨ ਰਾਤ ਸਿੱਖਦਿਆਂ। ਅੱਖਰਾਂ ਸਿਰ ਸੰਜੋਗ ਵਖਾਣ, ਇਹ ਜਿਹੜੇ ਅੱਖਰਾਂ ਆਖਰੀ ਲਿਖਣ ਬੋਲਣ ਬਾਣ ਹੈ ਨਾ, ਇਸ ਨੂੰ ਆਪਣੀ ਅਸੀਂ ਸੁਰਤ ਮਤ ਬੁੱਧ ਵਿੱਚ ਵੀ ਲਿਖ ਲੈਂਦੇ ਹਾਂ। ਇਹ ਲਿਖਣ ਦੀ ਜਾਚ ਆ ਜਾਂਦੀ ਹੈ, ਮੰਦੇਰੇ ਭਾਗ ਮਿਟਾਣੇ ਆ ਜਾਂਦੇ ਨੇ
ਔਰ ਸਤਿਗੁਰ ਦੀ ਮੱਤ ਲੈ ਕੇ ਚੰਗੇਰੇ ਭਾਗ ਲਿਖਣੇ ਆ ਜਾਂਦੇ ਨੇ। ਸੋ ਮੇਰੀ ਸੁਰਤ ਮਤ ਬੁੱਧ ਉੱਤੇ ਵੀ ਮੰਦੇ ਖਿਆਲਾਂ ਦਾ ਅਸਰ ਹੋ ਗਿਆ ਸੀ। ਉੱਥੋਂ ਵੀ ਮੈਂ ਮਨ ਨੂੰ ਸਮਝਾ ਕੇ ਸਾਰੇ ਇੱਕ ਇੱਕ ਔਰਗਨ ਉੱਤੇ ਚੰਗੇ ਚੰਗੇ ਗੁਣ ਲਿਖਣ ਦੀ ਜਾਚ ਸਿੱਖਦਾ। ਅਖਰੀ ਨਾ ਟਲਣ ਵਾਲੇ ਰੱਬ ਜੀ ਦਾ, ਨਾ ਖਰਨ ਵਾਲੇ ਰੱਬ ਜੀ ਦੇ ਗੁਣ ਲਿਖਣਾ, ਉਹਨਾਂ ਦੀ ਬਾਣੀ ਲਿਖਣਾ, ਉਹਨਾਂ ਦਾ ਨਿਯਮ ਲਿਖਣਾ, ਉਹਨਾਂ ਦੀ ਰਜ਼ਾ ਅਨੁਸਾਰ ਰਹਿਣਾ। ਅਖਰਾਂ ਸਿਰ ਸੰਜੋਗ ਵਖਾਣ, ਇਹ ਗੱਲ ਵੀ ਸਮਝ ਆਈ। ਅਸੀਂ ਇੱਕ ਵਾਰੀ ਫਰੀਦ ਜੀ ਦਾ ਸ਼ਲੋਕ ਪੜ੍ਹਿਆ ਸੀ, ਜਿਤ ਦਿਹਾੜੈ ਤਨ ਵਰੀ ਸਾਹੇ ਲਈ ਲਿਖਾਏ, ਜਿਤ ਦਿਹਾੜੈ ਤਨ ਵਰੀ ਸਾਹੇ ਲਈ ਲਿਖਾਏ, ਮਲਕ ਜੇ ਕੰਨੀ ਸੁਣੀ ਗਾ, ਮਲਕ ਜੇ ਕੰਨੀ ਸੁਣੀ ਮੂੰਹ ਵੇਖਾ ਲੈ ਆਏ, ਮੂੰਹ ਵੇਖਾ ਲੈ ਆਏ, ਜਿਤ ਦਿਹਾੜੈ ਤਨ ਵਰੀ ਸਾਹੇ ਲੈ ਲਿਖਾਏ। ਇਸ ਦੇ ਡਿਸਟਰਕਟਿਵ ਔਰ ਉਦਾਸੀਨਤਾ ਵਾਲੇ ਅਰਥ ਕੀਤੇ ਹੋਏ ਨੇ ਕਿ ਜਿਸ ਦਿਨ ਪੈਦਾ ਹੁੰਦੇ ਹਾਂ ਉਸ ਦਿਨ ਮਰਨਾ ਪੈ ਜਾਏ, ਉਸ ਦਿਨ ਮਰਨ ਦੇ ਦਿਨ ਲਿਖੇ ਗਏ। ਪਰ ਸਾਧ ਸੰਗਤ ਜੀ, ਜੇ ਮੇਰੇ ਮਰਨ ਦਾ ਦਿਨ ਲਿਖਿਆ ਗਿਆ ਕਿ ਮੈਂ ਕੱਲ ਮਰ ਜਾਣਾ ਜਾਂ ਅੱਜ ਤੋਂ 49 ਸਾਲ ਬਾਅਦ ਮਰ ਜਾਣਾ, ਉਹ ਇਨਸਾਨ ਅੱਜ ਫਿਰ ਕੀ ਕਰੇ? ਪਰ ਵਿਚਾਰਨ ਵਾਲੀ ਇਹ ਗੱਲ ਹੈ, ਗੁਰੂ ਪਾਤਸ਼ਾਹ ਫਰੀਦ ਜੀ ਦੀ ਜ਼ੁਬਾਨ ਰਾਹੀਂ ਕਹਿ ਰਹੇ ਨੇ, ਜਿਤ ਦਿਹਾੜੈ ਧਨਵਰੀ, ਜਿਸ ਦਿਨ ਤੇਰੀ ਮੱਤ ਸੱਚ ਨੂੰ ਲੈਣ ਵਾਲੇ ਪਾਸੇ ਟੁਰਦੀ ਹੈ ਨਾ, उस दिन पहला पुट्या होया कदम ही ना साहे लिखे गए। अब भगवान के साथ वननेस जरूर होगी क्योंकि तू उस पासे टुर पे है, एक तिल नहीं पन्ने काले। जित दिहाड़ है ਧਨਵਰੀ ਸਾਹੇ ਲਈ ਲਿਖਾਏ। ਉਸ ਦਿਨ ਸਾਹਾ ਲਿਖਿਆ ਗਿਆ, ਰੱਬ ਜੀ ਦੇ ਨਾਲ ਸੰਜੋਗ ਦਾ ਸਾਹਾ ਲਿਖਿਆ ਗਿਆ। ਲੋਕੀ ਦੇ ਬਾਹਰਲੇ ਕਿਸੇ ਇੱਕ ਧਾਰਮਿਕ ਇੱਕ ਆਪਣੇ ਆਪ ਨੂੰ ਕੁਝ ਅਖਵਾਉਣ ਵਾਲੇ ਬੰਦੇ ਨੂੰ ਵਿਚੋਲਾ ਬਣਾ ਕੇ ਉਹਦੇ ਲਿਖਾਏ ਹੋਏ ਸਾਹੇ 'ਤੇ ਚੱਲਦੇ ਨੇ। ਗੁਰੂ ਪਾਤਸ਼ਾਹ ਕਹਿ ਰਹੇ ਨੇ ਤੇਰਾ ਮਨ ਜਿਸ ਦਿਨ ਆਪਣੀ ਮੱਤ ਨੂੰ ਧਨ ਨੂੰ ਇਸ ਪਾਸੇ ਪਾਉਂਦਾ ਹੈ ਕਿ ਮੈਂ ਸੱਚ ਲੈਣਾ ਹੈ, ਜਿੱਤ ਦਿਹਾੜਾ ਧਨ ਵਰੀ। ਵਰੀ ਕੀ ਹੁੰਦਾ? ਜਿਹੜੀ मुंडे वाले चोला भेजते ने कि ये वाला चोला आपने शादी वाले दिन पहनना है, जिस दिन मिलन होगा, ਉਹਦਾ ਨਾਂ ਵਰੀ ਹੁੰਦਾ ਹੈ। पर गुरु पातशाह कह रहे ने जित दिहाड़ा धन वरी साहे ले लिखाए। जिस दिन सतगुर की मत लै ली ना, सतगुर की मत का चोला पा लिया, वो वरी अवेलेबल है। सबना सौरे वंजना सब मुकलावन हार। ਵਿਆਹ ਤੇ ਹੋਇਆ ਹੀ ਹੋਇਆ। ਹੁਣ ਰੱਬ ਜੀ ਨਾਲ ਇੱਕ ਮਿਕਤਾ ਦਾ ਦਿਨ ਆ ਰਿਹਾ। ਮਲਕ ਜੇ ਕੰਨੀ ਸੁਣੀ ਦਾ, ਮੈਂ ਸਤਗੁਰ ਦੀ ਗੱਲ ਸੁਣੀ ਸੀ ਵੀ ਸਤਗੁਰ ਮਿਲਾ ਦਿੰਦਾ, ਮੂੰਹ ਵਿਖਾ ਲਿਆ ਏ, ਮਿਲਾਪ ਦਾ ਸਮਾਂ ਆ ਗਿਆ। ਬਟ ਇਹ ਜਿਹੜੀ ਜਰਨੀ ਹੈ ਨਾ, ਇਹਦੇ ਵਾਸਤੇ ਪਹਿਲਾ ਕਦਮ ਪੁੱਟਣਾ ਪੈਂਦਾ ਹੈ। ਅਖਰਾਂ ਸਿਰ ਸੰਜੋਗ ਵਖਾਣ। ਇਹ ਜੇਕਰ ਤੂੰ ਇਹ ਮਤ ਲਵੇਂ ਕਿ ਕਿਸ ਤਰ੍ਹਾਂ ਇਹ ਸੰਜੋਗ ਦੀ ਬਾਣੀ ਆਪਣੇ ਮਨ ਨੂੰ ਲਿਖੀਦਾ ਔਰ ਲਿਖ ਕੇ ਸਤਿਗੁਰ ਦੀ ਮੱਤ ਦੇ ਨਾਲ ਉਹ ਸੰਜੋਗ ਦੇ ਦਿਨ ਆ ਜਾਂਦੇ ਨੇ। ਪਰ ਇਹਦੇ ਵਾਸਤੇ ਸਤਿਗੁਰ ਦੀ ਨਜ਼ਰ ਲੈਣੀ ਪੈਂਦੀ ਹੈ। ਇਸ ਕਰਕੇ ਜਦੋਂ ਅਸੀਂ ਇਹ ਪੌੜੀ ਸਮਝੀ ਸੀ, ਜੇ ਤਿਸ ਨਜ਼ਰ ਨਾ ਆਵੀ ਤਾਂ ਬਾਤ ਨਾ ਪੁੱਛੇ ਕਿਹਦੇ, ਮੈਨੇ ਇਹ ਨਹੀਂ ਨੇ ਕਿ ਜੇ ਰੱਬ ਜੀ ਨੂੰ ਨਜ਼ਰ ਨਹੀਂ ਆਉਂਦਾ ਤਾਂ ਤੇਰੀ ਬਾਤ ਕੋਈ ਨਹੀਂ ਪੁੱਛੇਗਾ। ਜੇ ਤਿਸ ਨਜ਼ਰ ਨਾ ਆਵੀ ਦਾ ਮਤਲਬ ਹੈ ਜੇ ਤੇਰਾ ਮਨ ਰੱਬ ਜੀ ਦੀ ਨਜ਼ਰ ਹੇਠਾਂ ਨਹੀਂ ਆਉਂਦਾ ਹੈ, ਰੱਬ ਜੀ ਦੇ ਪੈਰਾਡਿਮ ਨਾਲ ਅਲਾਈਨ ਜਦੋਂ ਤੱਕ ਨਹੀਂ ਹੁੰਦਾ ਹੈ, ਉਸ ਨਜ਼ਰ ਨੂੰ, ਉਸ ਪੈਰਾਡਿਮ ਨੂੰ, ਉਸ ਸੋਚਣੀ ਨੂੰ, ਉਸ ਵਿਜ਼ਨ ਨੂੰ, ਉਸ ਥਾਟ ਪ੍ਰੋਸੈਸ ਨੂੰ ਜਦੋਂ ਤੱਕ ਨਹੀਂ ਲੈਂਦਾ ਹੈ ਨਾ, ਤਾਂ ਤੂੰ ਕੀਟਾਂ ਵਾਲਾ ਜੀਵਨ ਜੀਂਦਾ ਹੈ, ਤਾਂ ਤੇਰਾ ਜੀਵਨ ਮੰਦੀ ਸੋਚਣੀ ਵਾਲਾ ਹੋ ਜਾਂਦਾ ਹੈ। ਤੂੰ ਆਪਣੇ ਆਪ ਨੂੰ ਦੋਸ਼ੀ ਜੀਵਨ ਵਿੱਚ ਪਾ ਲੈਂਦਾ ਹੈ। ਰੱਬ ਜੀ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਉਂਦੇ ਨੇ, ਰੱਬ ਜੀ ਕਿਸੇ ਨੂੰ ਕੀੜਾ ਨਹੀਂ ਬਣਾ ਦਿੰਦੇ ਨੇ,
ਬਲਕਿ ਸਤਿਗੁਰ ਦੀ ਮੱਤ ਲੈ ਕੇ ਕੀੜਾ ਥਾਪ ਦੇ ਪਾਤਸ਼ਾਹੀ ਕਰ ਦਿੰਦੇ ਨੇ। ਜਦੋਂ ਮੈਂ ਕੀੜੇ ਵਾਲਾ ਮੰਦਾ ਨੀਵਾਂ ਜੀਵਨ ਕੀਟਾਂ ਅੰਦਰ ਕੀਟ ਵਾਲਾ ਜੀਂਦਾ ਹਾਂ, ਪਰ ਜੇ ਮੈਂ ਸਤਿਗੁਰ ਦੀ ਮੱਤ ਲੈ ਲਵਾਂ ਮੈਨੂੰ ਉਹਦੀ ਨਜ਼ਰ ਹੇਠਾਂ ਆਉਣਾ ਪੈਂਦਾ। ਕੂੜ ਦੀ ਨਜ਼ਰ ਛੱਡ ਕੇ ਸਤਿਗੁਰ ਦੀ ਮੱਤ ਦੀ ਨਜ਼ਰ ਲੈ ਲਈਏ ਨਾ ਤਾਂ ਸੰਜੋਗ ਲਿਖੇ ਜਾਂਦੇ ਨੇ। ਜਿਹਨੇ ਲਿਖੇ, ਜਿਹੜਾ ਮਨ ਲਿਖਣਾ ਸਿੱਖ ਜਾਂਦਾ ਨਾ ਤਿਸ ਸਿਰ ਨਾਏ, ਉਸ ਦਾ ਫਿਰ ਜਮਾ ਦਾ ਲੇਖਾ ਮੁੱਕ ਜਾਂਦਾ ਹੈ। ਉਹਦੇ ਸਿਰ ਤੇ ਜਮਾ ਦਾ ਭਾਰ ਨਹੀਂ ਰਹਿੰਦਾ ਹੈ। ਉਹ ਮਨ ਦੀ ਕੂੜ, ਮਨ ਕੀ ਮੱਤ ਤੋਂ ਛੁੱਟ ਜਾਂਦਾ ਹੈ। ਉਹਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ, ਜਿਸ ਨੂੰ ਤੇਰੀ ਨਦਰ, ਜਿਸ ਨੂੰ ਤੇਰੀ ਨਦਰ, ਜਿਸ ਨੂੰ ਤੇਰੀ ਨਦਰ, ਨਾ ਲੇਖਾ ਪੁੱਛੀਐ, 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 ਜਿਸ ਨੂੰ ਤੇਰੀ ਖੁਸ਼ੀ, ਜਿਸ ਨੂੰ ਤੇਰੀ ਖੁਸ਼ੀ, ਤਿਸ ਨੌ ਨਿਧ ਪੁੰਚੀਐ, ਤਿਸ ਨੌ ਨਿਧ ਪੁੰਚੀਐ, ਤਿਸ ਨੌ ਨਿਧ ਪੁੰਚੀਐ, ਤਿਸ ਨੌ ਨਿਧ, ਜਿਸ ਨੂੰ ਤੇਰੀ ਨਦਰ, ਜਿਸ ਨੂੰ ਤੇਰੀ ਨਦਰ। ਜਿਹੜਾ ਵੀ ਮਨ ਤੇਰੀ ਨਜ਼ਰ ਲੈ ਲੈਂਦਾ ਨਾ, ਨਜ਼ਰ ਮੀਨਸ ਤੇਰੇ ਸੋਚਣੀ ਦਾ ਢੰਗ, ਤੇਰਾ ਵਿਜ਼ਨ, ਸਤਿਗੁਰ ਦੀ ਨੈਣੀ ਦੀ ਅਕਲ, ਸਤਿਗੁਰ ਦੇ ਸੋਚਣ ਦਾ ਢੰਗ, ਸਤਿਗੁਰ ਦਾ ਪੈਰਾਡਿਮ ਜੋ ਲੈ ਲੈਂਦਾ ਨਾ, ਉਹਦਾ ਜਮਾ ਦਾ ਲੇਖਾ ਮੁੱਕ ਜਾਂਦਾ ਹੈ। ਜਿਹਨੇ ਲਿਖੇ ਤੇ ਸਿਰ ਨਾ ਹੈ, ਉਹਨੂੰ ਮਨ ਦੇ ਖਿਆਲ ਆਣੇ ਬੰਦ ਹੋ ਜਾਂਦੇ ਨੇ, ਥਾਟ ਪ੍ਰੋਸੈਸ ਉਹਦਾ ਖਤਮ ਹੋ ਜਾਂਦਾ ਹੈ। ਉਹ ਕਰਨ ਨਾ ਸੁਣਿਆ ਕਾਹੂ ਕੀ ਨਿੰਦਾ, ਸਭ ਤੇ ਜਾਣਾ ਆਪਸ ਕੋ ਮੰਦਾ। ਉਹ ਸਮਝ ਜਾਂਦਾ ਨਿੰਦਾ ਭਲੀ ਕਿਸੇ ਕੀ ਨਾ ਹੈ। ਉਹ ਸਮਝ ਜਾਂਦਾ ਹੈ ਕੁਦਰਤ ਕੇ ਸਭ ਬੰਦੇ। ਉਹ ਸਮਝ ਜਾਂਦਾ ਘੱਟ ਘੱਟ ਮੈਂ ਹਰਜੂ ਬਸ ਹੈ। ਉਸ ਨੂੰ ਹਿੰਦੂ ਮੁਸਲਮਾਨ ਸਿੱਖ ਈਸਾਈ ਦਾ ਡਿਸਕ੍ਰਿਮੀਨੇਸ਼ਨ ਨਹੀਂ ਰਹਿੰਦੀ ਹੈ। ਉਹਨੂੰ ਕੋਈ ਵਿਤਕਰਾ ਨਹੀਂ ਰਹਿੰਦਾ, ਤੇਰ ਮੇਰ ਦਾ ਨਹੀਂ ਰਹਿੰਦਾ। ਕੋਈ ਬਲੱਡ ਵਾਲਾ ਮੇਰਾ ਔਰ ਬਿਨਾਂ ਬਲੱਡ ਵਾਲਾ ਪਰਾਇਆ ਨਹੀਂ ਰਹਿੰਦਾ ਹੈ। ਦੇਸੀ ਪਰਦੇਸੀ ਨਹੀਂ ਰਹਿੰਦਾ ਹੈ। ਉਹਦੀ ਸੋਚਣੀ ਦਾ ਢੰਗ ਬਦਲ ਜਾਂਦਾ ਹੈ। ਇਹੀ ਤੇ ਡੀਮਨਸ ਥਾਟ ਨੇ। ਇਸ ਤੋਂ ਛੁੱਟ ਜਾਂਦਾ ਹੈ। ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀਏ, ਸਾ ਸੇਵਾ ਔਖੀ ਹੋਈ। ਤੂੰ ਮਨ ਕੀ ਮਤ ਦੀ ਸੇਵਾ ਕਰਦਾ, ਜਮਾ ਦੀ ਸੇਵਾ ਕਰਦਾ ਰਹਿੰਦਾ ਹੈ। ਨਾਨਕ ਸਾ ਸੇਵਾ ਕਰੋ ਹਰ ਸਫਲ ਗੁਰ ਦਰਸ਼ਨ ਕੀ, ਫਿਰ ਲੇਖਾ ਮੰਗੇ ਨਾ ਕੋਈ, ਲੇਖਾ ਮੁੱਕ ਗਿਆ। ਜਿਸਨੂੰ ਤੂੰ ਪ੍ਰਭ ਵੱਲ, ਫਿਰ ਕਿਆ ਮੋਛੰਦਗੀ, ਫਿਰ ਤੇ ਨਹੀਂ ਰਹੀ ਨਾ, ਲੇਖਾ ਮੁੱਕ ਜਾਂਦੇ। ਜਿਸਨੂੰ ਤੇਰੀ ਨਜ਼ਰ ਨਾ ਲੇਖਾ ਪੁੱਛੀਏ, ਜਿਸਨੂੰ ਤੇਰੀ ਖੁਸ਼ੀ, ਮਨ ਜਿਹੜਾ ਸਤਿਗੁਰ ਦੀ ਮੱਤ ਲੈ ਲੈਂਦਾ ਨਾ, ਤੇ ਇਸ ਨੌ ਨਿਤ ਪੁੰਚੀ ਹੈ। ਉਸ ਨੂੰ ਇਹ ਨੌ ਜੋ ਸੋ ਕਾਰਡ ਜੋਗੀਆਂ ਦੀ ਲੈਂਗੁਏਜ ਜਾਂ ਨੌ ਦੁਆਰੇ ਸੀ ਨਾ, ਇਹਨਾਂ ਦਾ ਖਜ਼ਾਨਾ, ਜਿਸ ਜਲ ਨਿਤ ਕਾਰਨ ਤੁਮ ਜਗਾ ਐਸੋ ਅੰਮ੍ਰਿਤ ਗੁਰ ਪਾਹੀ, ਜੋ ਉਸ ਨੂੰ ਇਹਨਾਂ ਦੀ ਅਕਲ, ਇਹਨਾਂ ਦਾ ਧਨ ਪਤਾ ਲੱਗ ਜਾਂਦਾ ਹੈ। ਔਰ ਇਹੀ ਤਾਂ ਭਟਕਾਉਂਦੇ ਨੇ ਸਾਰੇ, ਮਨ ਕੀ ਮੱਤ ਦੇ ਨਾਲ ਚੱਲ ਕੇ। ਜਮ ਸਤਾਉਂਦਾ ਹੀ ਨਹੀਂ ਹੈ, ਵਰਨਾ ਦੇਖਤ ਹੀ ਜਮਰਾਓ ਹਸਤ ਹੈ। ਜਮ ਹੱਸਦਾ ਹੈ, ਇਹਨੂੰ ਅਕਲ ਨਹੀਂ ਔਰ ਮੈਂ ਇਹਦੇ ਤੇ ਅਟੈਕ ਕਰਾਂਗਾ। ਉਹਨੂੰ ਕਹਿੰਦੇ ਨੇ ਪਾਪ ਕੀ ਜੰਜ ਲੈ ਕਾਬਲ ਉਤਾਇਆ, ਪਾਪ ਕੀ ਜੰਜ ਲੈ ਕਾਬਲ ਉਤਾਇਆ, ਜ਼ੋਰੀ ਮੰਗੇ ਦਾਨ ਵਿਲਾ ਲੋ, ਜ਼ੋਰੀ ਮੰਗੇ ਦਾਨ
ਲਾਲੋ ਸ਼ਰਮ ਧਰਮ ਸ਼ਰਮ ਧਰਮ ਦੋਏ ਛੱਪ ਖਲੋਏ ਕੂੜ ਫਿਰੈ ਪ੍ਰਧਾਨ ਲਾਲੋ। ਬਾ ਕੂੜ ਫਿਰ ਜਾਏਗੀ ਸਾਰੀ ਥਾਟ ਪ੍ਰੋਸੈਸ ਵਿੱਚ, ਪ੍ਰਧਾਨਤਾ ਹੋ ਜਾਏਗੀ ਕੂੜ ਦੀ। ਸ਼ਰਮ ਗਈ, ਸ਼ਰਮ ਮੀਨਸ ਤੂੰ ਮਿਹਨਤ ਸੱਚ ਤੇ ਕਰਦਾ ਨਹੀਂ, ਧਰਮ ਪੰਖ ਲਗਾ ਕੇ ਉਡਰ ਗਿਆ, ਹੁਣ ਜਾਮੀ ਤੈਨੂੰ ਸਤਾਨਗੇ। ਪਰ ਸਤਿਗੁਰ ਦੀ ਮੱਤ ਲੈ ਲਵੇਂ, ਜਮਾ ਦਾ ਸਾਰਾ ਕੂੜਾ ਝਾੜੂ ਮਾਰ ਕੇ ਭ੍ਰਿਸ਼ਟਾਚਾਰ ਆਊਟ, ਸਫਾਇਆ ਹੋ ਗਿਆ ਸਾਰਾ। ਨਾ ਲੇਖਾ ਪੁੱਛੇ ਜਿਸਨੂੰ ਤੇਰੀ ਨਦਰ, ਨਾ ਲੇਖਾ ਪੁੱਛੀਏ ਜਿਸਨੂੰ ਤੇਰੀ ਖੁਸ਼ੀ ਤਿਸ ਨੌਨਿਤ ਪੁੰਚੀ ਹੈ। ਜਿੱਥੇ ਲੇਖਾ ਮੰਗੀਏ ਤਿੱਥੇ ਛੁੱਟੇ ਸੱਚ ਕਮਾਏ। ਵਿਵੇਕ ਬੁੱਧ ਸਤਿਗੁਰ ਤੇ ਪਾਈ, ਗੁਰ ਗਿਆਨ ਗੁਰੂ ਪ੍ਰਭ ਕੇਰਾ। ਜਨ ਨਾਨਕ ਨਾਮ ਗੁਰ ਤੇ ਪਾਇਆ, ਤੁਰ ਮਸਤਕ ਭਾਗ ਲਿਖੇਰਾ। ਸੱਚ ਲਿਖ ਲਿਆ ਬਾਬਾ, ਇਹ ਲੇਖਾ ਲਿਖ ਜਾਣ। ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ। ਕੀ ਹੋ ਜਾਂਦਾ, ਜਿਹਨੇ ਲਿਖੇ, ਜਿਸ ਨੂੰ ਇਹ ਸਤਿਗੁਰ ਦੀ ਮੱਤ ਦਾ ਲੇਖਾ ਲਿਖਣਾ ਆ ਗਿਆ ਨਾ, ਤੇ ਸਿਰ ਨਾ ਏ, ਉਹ ਇਸ ਜਮਾ ਦੀ ਮਾਰ ਤੋਂ ਛੁੱਟ ਜਾਂਦਾ ਹੈ। ਇਹ ਉਸ ਵਿਰਲੇ ਮਨ ਨੂੰ ਕੂੜ ਤੋਂ ਛੱਡ ਕੇ ਸਚਿਆਰ ਬਣਨ ਬਾਰੇ ਗੱਲ ਸਮਝ ਆਉਂਦੀ ਜਾ ਰਹੀ ਹੈ। ਉਹ ਮਨ ਨਾ ਸਤਿਗੁਰ ਦੀ ਮੱਤ ਲੈਂਦਾ, ਲੈ ਕੇ ਆਪਣੇ ਸਾਰੇ ਇੰਦਰ ਗਿਆਨ ਇੰਦਰੀਆਂ ਨੂੰ ਸੁਣਿਆ ਦਿੰਦਾ, ਤੇ ਇਸ ਨੌਨਿਤ ਪੁੰਛੀਏ ਸਾਰਿਆਂ ਨੂੰ ਸੁਣਿਆ ਦਿੰਦਾ। ਉਹ ਇਹ ਨੇਤਰੋ ਮੇਰਾ और तुम्हें ज्योतरी हर भी न देखो, मेरी आँखों देखो तुमको गलत नहीं देखना है। मेरे श्रवणों मेरो साचा सुनन नो पठाए। शरीर लाए सुनो सत बाणी, जित सुनी मन तन हरिया हुआ रसना रस माणी। ये रसना तू रस रात एक एक अंग ਨੂੰ ਸੁਣਿਆ ਦਿੰਦਾ ਹੈ ਮਨ। ਜੀਵ ਫੁਰਮਾਏ, ਮਨ ਫੁਰਮਾਨ ਕਰ ਰਿਹਾ, ਕਿਹੜੇ ਵਾਲਾ ਜੈਸੀ ਮੈਂ ਹੋਇਆ ਖਸਮ ਕੀ ਬਾਣੀ ਤੈਸਲਾ ਕਰੀ ਗਿਆਨ ਵਿਲਾ ਲੋ। ਮਨ ਨਿਜ ਕਰ ਤੋਂ ਸਤਿਗੁਰ ਦੀ ਮੱਤ ਸੁਣਦਾ, ਔਰ ਵੈਸਾ ਫੁਰਮਾਨ ਆਪਣੇ ਇੱਕ ਇੱਕ ਅੰਗ ਨੂੰ ਦੇਈ ਜਾਂਦਾ। ਆਪਣਾ ਜਗਤ ਦਾ ਕੁੱਲ ਉਧਾਰ ਰਿਹਾ, ਆਪਣੀ ਨਵੀਂ ਸ੍ਰਿਸ਼ਟੀ ਬਣਾ ਰਿਹਾ, ਸਾਰੇ ਆਪਣੇ ਮੈਂਬਰਸ ਨੂੰ ਠੀਕ ਕਰ ਰਿਹਾ ਆਪਣੇ ਇਸ ਸਰੀਰ ਦੇ। ਕੋਈ ਕਿਸੇ ਦੇ ਸਰੀਰ ਨੂੰ ਠੀਕ ਨਹੀਂ ਕਰ ਸਕਦਾ। ਬਿਊਟੀ ਪਾਰਲਰ ਵਾਲੇ ਸਾਨੂੰ ਬਾਹਰੋਂ ਫਿਕਸਅਪ ਕਰ ਸਕਦੇ ਨੇ, ਪਰ ਅੰਦਰ ਦਾ ਬਿਊਟੀ ਪਾਰਲਰ ਸਤਿਗੁਰ ਫਿਕਸ ਕਰਦਾ ਹੈ, ਔਰ ਅਸੀਂ ਕਿਸੇ ਦਾ ਫਿਕਸਅਪ ਨਹੀਂ ਕਰ ਸਕਦੇ। ਸਤਿਗੁਰ ਦੀ ਮੱਤ ਲੈ ਕੇ ਜਿਹੜਾ ਆਪਣਾ ਅੰਦਰ ਦਾ ਬਿਊਟੀ ਪਾਰਲਰ ਬਣਾਏਗਾ, ਅੰਦਰ ਦੀ ਚੱਜ ਅਚਾਰ ਸਿੱਖੇਗਾ, ਮਿੱਠਾ ਬੋਲਣ ਨੀਵ ਚੱਲਣ ਸਿੱਖੇਗਾ, ਉਹਨੂੰ ਕਹਿੰਦੇ ਨੇ ਇਹ ਤਰ੍ਹਾਂ ਭੈਣੇ ਵੇਸ ਕਰ ਤਾਂ ਵਸਾਵੀ ਕੰਤ। ਅੰਦਰ ਦਾ ਸ਼ਿੰਗਾਰ, ਜਿਸ ਨੂੰ ਅੰਦਰ ਦਾ ਸ਼ਿੰਗਾਰ ਸਮਝ ਆ ਜਾਂਦਾ ਨਾ, ਉਹ ਵਿਹਲੇ ਕੰਮਾਂ 'ਚ ਕੇਵਲ ਵਾਲ ਬਣਾਉਣ ਵਾਸਤੇ 3 ਘੰਟੇ 5 ਘੰਟੇ ਬਿਊਟੀ ਪਾਰਲਰ 'ਤੇ ਨਹੀਂ ਬੈਠਾ ਰਹਿੰਦਾ। ਉਹ ਕੇਵਲ ਖਾਲ ਖਿਚਵਾਉਣ ਵਾਸਤੇ ਔਰ ਇਹਨਾਂ ਸਾਰੀਆਂ ਗੱਲਾਂ ਵਾਸਤੇ ਆਪਣਾ ਸਮਾਂ ਜ਼ਾਇਆ ਨਹੀਂ ਕਰਦਾ। ਉਹ ਸਤਿਗੁਰ ਦੀ ਮੱਤ ਦਾ ਸੁਨੇਹਾ ਆਪਣੇ ਅੰਗਾਂ ਨੂੰ ਦਿੰਦਾ। ਜੀ ਫਰਮਾਏ ਤਿਵਤੀ ਪਾਏ, ਜੇਤਾ ਕੀਤਾ ਤੇਤਾ ਨਾ। ਉਸ ਨੂੰ ਸਮਝ ਆ ਜਾਂਦੀ ਸਾਰੀ ਸ੍ਰਿਸ਼ਟੀ ਵਿੱਚ ਬਾਹਰ ਵੀ ਅਤੇ ਮੇਰੇ ਉੱਤੇ ਜੋ ਕੁਝ ਵਾਪਰ ਰਿਹਾ, ਸਭ ਕੁਝ ਰੱਬ ਜੀ ਦੇ ਨਿਯਮ ਵਾਪਰ ਰਹੇ ਨੇ। ਉਹ ਰੱਬ ਜੀ ਨੂੰ ਇੱਕ ਪਲ ਵੀ ਮਹਿਸੂਸ ਕੀਤੇ ਬਿਨਾਂ ਨਹੀਂ ਰਹਿੰਦਾ ਹੈ। ਉਹਨੂੰ ਕਹਿੰਦੇ ਨੇ ਸਿਦਕ ਕਰ ਸਿਜਦਾ, ਮਨ ਕਰ ਮਕਸੂਦ। ਜੈ ਤਿਰ ਦੇਖਾਂ ਤੈ ਤਿਰ ਮੌਜੂਦ। ਜੈ ਤਿਰ ਦੇਖਾਂ ਤੈ ਤਿਰ ਮੌਜੂਦ। ਕੁਦਰਤ ਕਰਕੇ ਵਸਿਆ ਸੋਏ, ਕੁਦਰਤ ਕਰਕੇ ਵਸਿਆ ਸੋਏ। ਵਕਤ ਵਿਚਾਰੇ ਸੋ ਬੰਦਾ ਹੋਏ, ਵਕਤ ਵਿਚਾਰੇ ਸੋ ਬੰਦਾ ਹੋਏ। ਸਿਦਕ ਕਰ ਸਿਜਦਾ, ਮਨ ਕਰ ਮਕਸੂਦ। ਜੈ ਤਿਰ ਦੇਖਾਂ ਤੈ ਤਿਰ ਮੌਜੂਦ। ਜੈ ਤਿਰ ਦੇਖਾਂ ਤੈ ਤਿਰ ਮੌਜੂਦ। ਉਹਨੂੰ ਹਰ ਡਾਇਰੈਕਸ਼ਨ ਹੀ ਸਭ ਜਗ੍ਹਾ ਰੱਬ ਜੀ ਨਜ਼ਰ ਆਉਂਦੇ ਨੇ, ਕੇਵਲ ਇੱਕ ਡਾਇਰੈਕਸ਼ਨ ਹੀ ਰੱਬ ਜੀ ਨਜ਼ਰ ਨਹੀਂ ਆਉਂਦੇ ਨੇ। ਉਹਨੂੰ ਕੇਵਲ ਚੜ੍ਹਦੇ ਸੂਰਜ ਵੱਲ ਰੱਬ ਜੀ ਨਜ਼ਰ ਨਹੀਂ ਆਉਂਦੇ ਨੇ। ਉਹਨੂੰ ਉਗਵਣ ਤੇ ਆਥਣੋਂ ਚੜ੍ਹੇ ਤੋਂ ਲੈ ਕੇ ਥੱਲੇ ਉਤਰਨ ਤੱਕ ਚਾਰੋਂ ਪਾਸੇ ਦਿਨ ਰਾਤ 24 ਘੰਟੇ ਚਾਰੋਂ ਪਾਸੇ ਰੱਬ ਜੀ ਨਜ਼ਰ ਆਉਂਦੇ ਨੇ, ਅਤੇ ਹਰ ਮਨੁੱਖ 'ਚ ਰੱਬ ਜੀ ਨਜ਼ਰ ਆਉਂਦੇ ਨੇ। ਜ਼ਾਤ ਪਾਤ ਖਤਮ, ਪਵਿੱਤਰ ਅਪਵਿੱਤਰ, ਪਾਪੀ ਪੁੰਨੀ, ਸਾਰੇ ਵਿਤਕਰੇ ਖਤਮ, ਸਾਰੇ ਰੱਬ ਜੀ ਦੇ ਮਨੁੱਖ ਲੱਗਦੇ ਨੇ। ਕੋਈ ਛੂਤ ਅਛੂਤ ਨਹੀਂ ਰਹਿੰਦਾ ਹੈ। ਜੇਤਾ ਕੀਤਾ ਤੇਤਾ ਨਾਉ।
ਵੀਣ ਨਾਵੇਂ ਨਾ ਹੀ ਕੋ ਥਾਂ। ਉਹ ਸਮਝ ਜਾਂਦਾ ਹੈ ਕੁੜਿਆਰ ਤੋਂ ਸਚਾਰ ਬਣਨ ਵਾਲਾ ਵਿਰਲਾ ਮਨ ਕਿ ਰੱਬ ਜੀ ਦੇ ਨਿਯਮਾਂ ਤੋਂ ਬਗੈਰ ਕੋਈ ਵੀ ਥਾਂ ਨਹੀਂ ਹੈ। ਇਸ ਕਰਕੇ ਬੜੀ ਨਿਮਰਤਾ ਨਾਲ ਸਰੈਂਡਰ ਕਰ ਦਿੰਦੇ। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਮੈਂ ਇੱਕ ਵਾਰ ਵਾਰਿਆ ਨਾ ਜਾਣ ਦਾ ਮਤਲਬ ਹੈ ਬਾਰ-ਬਾਰ ਲੱਖ ਬਰੀਆ ਵਾਰਨੇ ਜਾਂਦਾ ਤੁਹਾਡੇ ਤੋਂ। ਮੈਂ ਕਿਤਨੀ ਵਾਰੀ ਵਾਰਨੇ ਜਾਵਾਂ ਘੱਟ ਹੈ। ਬਿਕੋਜ਼ ਆਈ ਹੈਵ ਸਰੈਂਡਰਡ ਮੇਰੇ ਮਨ ਕੀ ਮਤ त्यागो हरजन हुक्म बूझ सुख पाई है। कुदरत कवण कहा विचार, वारिया न जावा एक बार। जो तुद भावे साई बलिकार। मन में समझ आ जाती है, मेरे मन सतगुर की मत नूं पसंद कर लै तां खेड बनती है। ਇਹਦੇ ਵਿੱਚ ਹੀ ਸਲਾਮਤੀ ਹੈ। ਇਹਦੇ ਨਾਲ ਤੂੰ ਨਿਰੰਕਾਰ ਇਕਮਿਕ ਹੋ ਸਕਦਾ ਹੈ। ਜਿਤਨੇ ਸ਼ਬਦ ਸਾਨੂੰ ਲੱਗਦੇ ਨੇ ਕਿ ਰੱਬ ਜੀ ਨੂੰ ਮੁਖਾਤਿਬ ਨੇ, ਦਰਅਸਲ ਉਹਨਾਂ ਨੂੰ ਰੱਬ ਜੀ ਤੋਂ ਮੁਖਾਤਿਬ ਕਰਕੇ ਆਪਣੇ ਮਨ ਉੱਤੇ ਮੁਖਾਤਿਬ ਕਰਨਾ ਹੈ ਤਾਂ ਕਿ ਮੇਰਾ ਮਨ ਫਿਕਸ ਅਪ ਹੋਵੇ।